ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਦੇ ਨੇ। ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ ਕਰਨ ਦਾ ਸਾਧ ਸੰਗਤ ਜੀ ਜੋ ਤਰੀਕਾ ਨੇ ਉਹ ਦੱਸ ਰਹੇ ਨੇ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੰਗਤਾਂ ਤੇ ਕਿਰਪਾ ਕਰ ਰਹੇ ਨੇ ਕਿ ਭਾਈ ਉਸ ਪਰਮਾਤਮਾ ਦੇ ਨਾਲ ਕੈਸੀ ਪ੍ਰੀਤ ਕਰਨੀ ਹੈ, ਐਸਾ ਅਸੀਂ ਕੀ ਕਰਨਾ ਹੈ ਕਿ ਜਿਸ ਦੇ ਨਾਲ ਸਾਨੂੰ ਸੱਚ ਦੀ ਪ੍ਰਾਪਤੀ ਹੋ ਜਾਵੇ। ਚਿੱਤ ਸਿਮਰਨ ਕਰੋ ਨੈਣ ਅਵਲੋਕਨ, ਸਰਵਨ ਬਾਣੀ ਸੋ ਜਸ ਪੁਰ ਰਾਖੋ। ਮਨ ਸੋ ਮਦ ਕਰ ਕਰੋ ਚਰਨ ਹਿਰਦੇ ਤਰੋ, ਰਸਨ ਅੰਮ੍ਰਿਤ ਰਾਮ ਨਾਮ ਪਾਖੋ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਤੇ ਆਪਣੀ ਪ੍ਰਮਾਤਮਾ ਦੇ ਨਾਲ ਅਤੁੱਟ ਪ੍ਰੀਤੀ ਦਾ ਵਿਖਿਆਨ ਕਰਦੇ ਨੇ ਕਿ ਹੇ ਪ੍ਰਮਾਤਮਾ ਜੀ, ਮੈਂ ਮਨ ਦੇ ਵਿੱਚ ਆਪ ਜੀ ਦਾ ਸਿਮਰਨ ਕਰਦਾ ਹਾਂ, ਅੱਖਾਂ ਦੇ ਨਾਲ ਆਪ ਜੀ ਦੇ ਦਰਸ਼ਨ ਦੀਦਾਰੇ ਕਰਦਾ ਹਾਂ ਅਤੇ ਕੰਨਾਂ ਨਾਲ ਆਪ ਜੀ ਦਾ ਪਵਿੱਤਰ ਜਸ ਸੁਣ ਕੇ ਮੈਂ ਆਪ ਜੀ ਦੀ ਆਨੰਦਮਈ ਅਵਸਥਾ ਦੇ ਵਿੱਚ ਰਹਿੰਦਾ ਹਾਂ, ਆਨੰਦ ਮਾਣਦਾ ਹਾਂ। ਤਾਂ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਵੀ ਸਿੱਖਿਆ ਦੇ ਰਹੇ ਨੇ ਕਿ ਭਾਈ ਪਰਮਾਤਮਾ ਦੀ ਭਗਤੀ ਕਰਨੀ ਕਿਵੇਂ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਮਨ ਦੇ ਵਿੱਚ ਵਹਿਮ ਭਰਮ ਅਡੰਬਰ ਪਖੰਡ ਨੇ ਉਹ ਕੱਢਣੇ ਨੇ ਤੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਜੀਭਾਂ ਦੇ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਆ ਤੇ ਐਸਾ ਸਿਮਰਨ ਕਰਨਾ ਹੈ ਸਾਧ ਸੰਗਤ ਜੀ ਕਿ ਇੱਕ ਦਿਨ ਆਪਣੇ ਆਪ ਮਨ ਦੇ ਵਿੱਚ ਸਿਮਰਨ ਚੱਲਦਾ ਰਹੇ। ਇਹ ਸੱਚ ਹੈ ਕਿ ਜਦੋਂ ਅਸੀਂ ਗੁਰਾਂ ਤੋਂ ਗੁਰਮੰਤਰ ਲੈਂਦੇ ਹਾਂ, ਜਦੋਂ ਉਸ ਦੀ ਕਮਾਈ ਕਰਦੇ ਹਾਂ ਸਾਧ ਸੰਗਤ ਜੀ, ਸਾਨੂੰ ਜੀਭਾਂ ਦੇ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਜੋ ਸਿਮਰਨ ਆ ਉਹ ਸਿਮਰਨਾ ਪੈਂਦਾ ਹੈ। ਪਰ ਇੱਕ ਦਿਨ ਐਸੀ ਅਵਸਥਾ ਬਣਦੀ ਹੈ ਸਾਧ ਸੰਗਤ ਜੀ ਕਿ ਆਪਣੇ ਆਪ ਹੀ ਮਨ ਦੇ ਵਿੱਚ ਜੋ ਸੋਹੰ ਸਤਨਾਮ ਦਾ ਜਾਪ ਆ ਉਹ ਆਪਣੇ ਆਪ ਚੱਲਦਾ ਰਹਿੰਦਾ ਹੈ। ਸੋਈ ਜਪ ਜਪੋ ਜੋ ਬਹੁਰ ਨ ਜਪਨਾ, ਸੋਈ ਤਪ ਤਪੋ ਜੋ ਬਹੁਰ ਨ ਤਪਨਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਹੇ ਜੀਵ, ਆਤਮਦਰਸ਼ੀ ਗੁਰੂ ਦੀ ਸ਼ਰਨ ਗ੍ਰਹਿਣ ਕਰ, ਉਸ ਪ੍ਰਮਾਤਮਾ ਦਾ ਸਵਾਸ ਸਵਾਸ ਨਾਮ ਜਪ ਤੇ ਤੇਰੀ ਐਸੀ ਅਵਸਥਾ ਬਣੇਗੀ ਸਾਧ ਸੰਗਤ ਜੀ ਕਿ ਤੈਨੂੰ ਫਿਰ ਕਦੇ ਨਾਮ ਜਪਣ ਦੀ ਲੋੜ ਨਹੀਂ ਜੇ ਪਵੇਗੀ, ਕਿਉਂਕਿ ਉਹ ਜੋ ਨਾਮ ਹੈ ਉਹ ਸਾਡੇ ਸਰੀਰ ਦੇ ਵਿੱਚ, ਸਾਡੇ ਮਨ ਦੇ ਵਿੱਚ ਉਹ ਆਪਣੇ ਆਪ ਹੀ ਸਿਮਰਨ ਚੱਲਦਾ ਰਹੇਗਾ। ਸੋਈ ਜਪ ਜਪੋ ਜੋ ਬਹੁਰ ਨ ਜਪਨਾ, ਸੋਈ ਤਪ ਤਪੋ ਜੋ ਬਹੁਰ ਨ ਤਪਨਾ। ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਐਸਾ ਸਿਮਰਨ ਕਰੋ ਕਿ ਸਾਨੂੰ ਵਾਰ-ਵਾਰ ਸਿਮਰਨ ਕਰਨ ਦੀ ਜ਼ਰੂਰਤ ਹੀ ਨਾ ਪਵੇ। ਉਸ ਪ੍ਰਮਾਤਮਾ ਦੀ ਪ੍ਰਾਪਤੀ ਲਈ ਐਸਾ ਤਪ ਕਰੀਏ ਸਾਧ ਸੰਗਤ ਜੀ, ਫੇਰ ਕਦੇ ਸਾਨੂੰ ਤਪ ਕਰਨ ਦੀ ਜ਼ਰੂਰਤ ਹੀ ਨਾ ਪਵੇ। ਤੇ ਅੱਜ ਸਾਨੂੰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰ ਰਹੇ ਨੇ ਕਿ ਭਾਈ ਉਸ ਜੀਭਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ ਤੇ ਐਸਾ ਸਿਮਰਨ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਅਵਸਥਾ ਬਣੇ ਕਿ ਸਾਡੇ ਮਨ ਦੇ ਵਿੱਚ ਆਪਣੇ ਆਪ ਹੀ ਸੋਹੰ ਸਤਨਾਮ ਦਾ ਜੋ ਜਾਪ ਆ ਸਾਧ ਸੰਗਤ ਜੀ ਉਹ ਚੱਲਦਾ ਰਹੇ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਤੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਅੱਖਾਂ ਨਾਲ ਪ੍ਰਮਾਤਮਾ ਦੇ ਦਰਸ਼ਨ ਕਰਦਾ ਹਾਂ। ਤਾਂ ਸਾਧ ਸੰਗਤ ਜੀ, ਇਹ ਸਾਡੇ ਲਈ ਵੀ ਬਹੁਤ ਵੱਡੀ ਸਿੱਖਿਆ ਹੈ ਕਿ ਭਾਈ ਅਸੀਂ ਅੱਖਾਂ ਤੋਂ ਕੁਝ ਵੀ ਮਾੜਾ ਨਹੀਂ ਜੇ ਦੇਖਣਾ, ਨਾ ਮਾੜੀਆਂ ਤਸਵੀਰਾਂ ਦੇਖਣੀਆਂ ਨੇ। ਤੇ ਜੋ ਅੱਜ ਕੱਲ ਸਿਨੇਮਾ ਦੇ ਵਿੱਚ, ਮੋਬਾਈਲ ਫੋਨ ਦੇ ਉੱਪਰ ਜਾਂ ਕਿਸੇ ਵੀ ਪ੍ਰਕਾਰ ਨਾਲ ਟੈਲੀਵਿਜ਼ਨ ਦੇ ਉੱਪਰ ਸਾਧ ਸੰਗਤ ਜੀ ਜੋ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਪ੍ਰਚਾਰ ਹੁੰਦਾ ਹੈ, ਕੋਈ ਗਲਤ ਅਸਮਾਜਿਕ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ, ਉਹ ਆਪਾਂ ਕਦੇ ਨਹੀਂ ਜੇ ਦੇਖਣੀਆਂ, ਆਪ ਵੀ ਨਹੀਂ ਦੇਖਣੀਆਂ ਸਾਧ ਸੰਗਤ ਜੀ, ਬੱਚਿਆਂ ਨੂੰ ਵੀ ਦੂਰ ਰੱਖਣਾ ਹੈ। ਤੇ ਜਦੋਂ ਵੀ ਅੱਖਾਂ ਨਾਲ ਦੇਖਣਾ ਹੈ ਸਾਧ ਸੰਗਤ ਜੀ, ਆਪਾਂ ਸੱਚ ਹੀ ਦੇਖਣਾ ਹੈ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ। ਤੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ
ਜਦੋਂ ਅਸੀਂ ਸੱਚ ਦੇਖਾਂਗੇ, ਪ੍ਰਮਾਤਮਾ ਦੀ ਭਾਲ ਕਰਾਂਗੇ, ਸਾਨੂੰ ਹਰ ਇਨਸਾਨ ਦੇ ਵਿੱਚ ਹੀ ਪ੍ਰਮਾਤਮਾ ਨਜ਼ਰ ਆਏਗਾ। ਤੇ ਪ੍ਰਮਾਤਮਾ ਦੇ ਸਿਮਰਨ ਕਰਨ ਦੇ ਨਾਲ, ਸੱਚ ਦੇ ਮਾਰਗ ਤੇ ਚੱਲਣ ਨਾਲ ਸਾਧ ਸੰਗਤ ਜੀ ਐਸੀ ਅਵਸਥਾ ਬਣਦੀ ਹੈ, ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਮੈਂ ਸਭ ਹੈ, ਕਿ ਭਾਈ ਹਰ ਇਨਸਾਨ ਦੇ ਵਿੱਚ ਪ੍ਰਮਾਤਮਾ ਹੈ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਸਤਿਗੁਰੂ ਨਾਮਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਐਸੀ ਅਵਸਥਾ ਬਣਦੀ ਹੈ ਸਾਧ ਸੰਗਤ ਜੀ, ਜਦੋਂ ਅਸੀਂ ਸੱਚ ਦੇ ਮਾਰਗ ਤੇ ਚੱਲ ਕੇ ਆਪਣੀ ਜੀਭਾ ਦੇ ਨਾਲ, ਇਸ ਮਨ ਦੇ ਨਾਲ ਪ੍ਰਮਾਤਮਾ ਦਾ ਸਵਾਸ ਸਵਾਸ ਸਿਮਰਨ ਕਰਦੇ ਹਾਂ, ਤਾਂ ਉਸ ਅਵਸਥਾ ਦੇ ਵਿੱਚ ਅਸੀਂ ਪਹੁੰਚ ਜਾਂਦੇ ਹਾਂ ਕਿ ਜਦੋਂ ਹਰ ਇਨਸਾਨ ਦੇ ਵਿੱਚ ਸਾਨੂੰ ਪ੍ਰਮਾਤਮਾ ਦੀ ਜੋਤ ਦਿਖਾਈ ਦਿੰਦੀ ਹੈ। ਹਰ ਇਨਸਾਨ ਦੇ ਵਿੱਚ ਸਾਨੂੰ ਫਿਰ ਪ੍ਰਮਾਤਮਾ ਹੀ ਨਜ਼ਰ ਆਉਂਦਾ ਕਿ ਭਾਈ ਇਹ ਸਾਰੇ ਪ੍ਰਮਾਤਮਾ ਦੇ, ਨਾ ਕੋਈ ਵੱਡਾ ਲੱਗਦਾ ਆ, ਨਾ ਕੋਈ ਛੋਟਾ ਲੱਗਦਾ ਹੈ, ਨਾ ਕੋਈ ਅਮੀਰ ਲੱਗਦਾ ਹੈ, ਨਾ ਕੋਈ ਗਰੀਬ ਲੱਗਦਾ ਹੈ। ਤੇ ਸਾਧ ਸੰਗਤ ਜੀ, ਜੋ ਸੱਚ ਦੇ ਮਾਰਗ ਤੇ ਨਹੀਂ ਜੇ ਚੱਲਦੇ, ਜਿਨ੍ਹਾਂ ਦੇ ਮਨ ਦੇ ਵਿੱਚ ਦਵੈਸ਼ ਹੈ, ਜਿਨ੍ਹਾਂ ਦਾ ਕੋਈ ਗੁਰੂ ਨਹੀਂ ਹੈ, ਉਹ ਜਾਤਾਂ ਪਾਤਾਂ ਦਾ ਭੇਦਭਾਵ ਕਰਦੇ ਨੇ, ਉਹ ਵੱਡੇ ਛੋਟੇ ਦਾ ਭੇਦਭਾਵ ਕਰਦੇ ਨੇ, ਅਮੀਰ ਗਰੀਬ ਦਾ ਭੇਦਭਾਵ ਕਰਦੇ ਨੇ। ਪਰ ਭਾਈ ਜਿਨ੍ਹਾਂ ਦਾ ਸਤਿਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗਾ ਹੋਵੇ, ਉਹਨਾਂ ਨੂੰ ਹਰ ਇਨਸਾਨ ਦੇ ਵਿੱਚ ਪ੍ਰਮਾਤਮਾ ਦਿਖਾਈ ਦਿੰਦਾ ਹੈ। ਸਗੋਂ ਉਹ ਮਾੜੇ ਕਰਮਾਂ ਨੂੰ ਕਰਨ ਵਾਲੇ ਇਨਸਾਨਾਂ ਲਈ ਵੀ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਆ। ਸਾਧ ਸੰਗਤ ਜੀ, ਬਹੁਤੇ ਜੀਵ ਨੇ ਜੋ ਮਾੜੇ ਕਰਮ ਕਰਦੇ ਨੇ, ਹਰ ਰੋਜ਼ ਕਰਦੇ ਨੇ, ਪਰ ਜਿਸ ਦਾ ਗੁਰੂ ਡਾਢਾ ਹੁੰਦਾ ਹੈ, ਜਿਸ ਦਾ ਗੁਰੂ ਪੂਰਾ ਹੋਵੇ, ਉਹ ਉਹਨਾਂ ਨਾਲ ਨਫ਼ਰਤ ਨਹੀਂ ਜੇ ਕਰਦਾ, ਸਗੋਂ ਉਹ ਉਹਨਾਂ ਲਈ ਵੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਭਾਈ ਅੱਜ ਇਹ ਮਾੜੇ ਕਰਮ ਕਰ ਰਹੇ ਨੇ, ਉਹਨਾਂ ਨੂੰ ਸਮਝਾਉਂਦਾ ਵੀ ਹੈ, ਉਹਨਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਆ। ਸੋ ਅੱਜ ਜੋ ਸਾਨੂੰ ਪਹਿਲੀ ਗੱਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਿਖਾ ਰਹੇ ਨੇ ਸਾਧ ਸੰਗਤ ਜੀ, ਉਹ ਇਹੀ ਹੈ ਕਿ ਭਾਈ ਚਿੱਤ ਸਿਮਰਨ ਕਰੋ, ਜੀਬਾਂ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ। ਤੇ ਐਸਾ ਸਿਮਰਨ ਕਰੋ ਸਾਧ ਸੰਗਤ ਜੀ ਕਿ ਆਉਣ ਵਾਲੇ ਸਮੇਂ ਵਿੱਚ ਮਨ ਦੇ ਵਿੱਚ ਆਪਣੇ ਆਪ ਹੀ ਸਿਮਰਨ ਚੱਲਦਾ ਰਹੇ। ਨੈਣ ਅਵਲੋਕਨੋ ਸਰਵਣ ਬਾਣੀ ਸੋ ਜਸਪੁਰ ਰੱਖੋ, ਕਿ ਭਾਈ ਇਹਨਾਂ ਅੱਖਾਂ ਦੇ ਨਾਲ ਹਮੇਸ਼ਾ ਅਸੀਂ ਸੱਚ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਸਰਵਣ ਬਾਣੀ ਸੋ ਸਰਵਣ ਬਾਣੀ ਸੋ ਜਸਪੁਰ ਰੱਖੋ, ਕਿ ਮੈਂ ਕੰਨਾਂ ਨਾਲ ਆਪ ਜੀ ਦੇ ਪਵਿੱਤਰ ਜਸ ਸੁਣਦਾ ਹਾਂ। ਤਾਂ ਬਹੁਤੇ ਜੀਵ ਨੇ ਸਾਧ ਸੰਗਤ ਜੀ, ਖਾਸ ਕਰਕੇ ਬੱਚੇ, ਬੜੇ ਹੀ ਭੱਦੇ ਤੇ ਲੱਚਰ ਗਾਣੇ ਸੁਣਦੇ ਨੇ। ਬਹੁਤੇ ਜੀਵ ਨੇ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ, ਭਾਈ ਬਚੋ, ਅਸੀਂ ਮਾੜੀ ਚੀਜ਼ਾਂ ਸੁਣਨ ਤੋਂ ਆਪ ਵੀ ਬਚਣਾ ਆ, ਆਪਣੇ ਬੱਚਿਆਂ ਨੂੰ ਵੀ ਬਚਾਉਣਾ ਹੈ। ਜਦੋਂ ਵੀ ਸੁਣਨਾ ਸਾਧ ਸੰਗਤ ਜੀ, ਸੱਚ ਹੀ ਸੁਣਨਾ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸੁਣੋ ਸਾਧ ਸੰਗਤ ਜੀ। ਨਹੀਂ ਤਾਂ ਅੱਜ ਕੱਲ ਸਾਧ ਸੰਗਤ ਜੀ, ਜੇ ਮਨੋਰੰਜਨ ਦਾ ਮਨ ਹੋਵੇ ਤਾਂ ਲੱਚਰ ਗਾਣੇ ਸੁਣਨ ਦੇ ਨਾਲੋਂ ਆਪਣੇ ਬੱਚਿਆਂ ਨੂੰ ਜੋ ਅਧਿਆਤਮਕ, ਜਿਵੇਂ ਆਪਾਂ ਲੋਕ ਗੀਤ ਕਹਿ ਦਿੰਦੇ ਆ ਸਾਧ ਸੰਗਤ ਜੀ, ਉਹ ਸੁਣ ਲਓ। ਪਰ ਲੱਚਰ ਗਾਣਿਆਂ ਤੋਂ, ਮਾੜੀ ਚੀਜ਼ਾਂ ਤੋਂ ਅਸੀਂ ਆਪ ਬੱਚੇ ਆਪਣੇ ਬੱਚਿਆਂ ਨੂੰ ਬਚਾਈਏ। ਮੋਟੀਵੇਸ਼ਨਲ ਜੋ ਗਾਣੇ ਆਉਂਦੇ ਨੇ ਸਾਧ ਸੰਗਤ ਜੀ, ਉਹ ਆਪਣੇ ਬੱਚਿਆਂ ਨੂੰ ਸੁਣਾਈਏ, ਤਾਂ ਜੋ ਜਿੰਨੀਆਂ ਵੀ ਮਾੜੀ ਚੀਜ਼ਾਂ ਤੋਂ ਅਸੀਂ ਬਚ ਕੇ ਰਵਾਂਗੇ ਸਾਧ ਸੰਗਤ ਜੀ, ਫੇਰ ਹੀ ਸਾਡਾ ਜੋ ਸਮਾਜ ਆ ਉਹ ਅੱਗੇ ਜਾਵੇਗਾ। ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ, ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਤਰੋ, ਰਸਨ ਅੰਮ੍ਰਿਤ ਰਾਮ ਨਾਮ ਪਾਖੋ। ਕਿ ਹੇ ਜੀ, ਪਹਿਲਾਂ ਜੀਬਾਂ ਨਾਲ ਸਿਮਰਨ ਕਰ, ਅੱਖਾਂ ਨਾਲ ਸੱਚ ਦੇਖ, ਤੇ ਸਾਧ ਸੰਗਤ ਜੀ ਇਸ ਜੀਬਾਂ ਨਾਲ ਸੱਚ ਬੋਲ, ਤੇ ਕੰਨਾਂ ਦੇ ਨਾਲ ਹਮੇਸ਼ਾ ਸੱਚ ਹੀ ਸੁਣ, ਕੁਛ ਮਾੜਾ ਨਹੀਂ ਜੇ ਸੁਣਨਾ। ਸਗੋਂ ਜੇ ਕੋਈ ਸਾਡੇ ਅੱਗੇ ਸਾਧ ਸੰਗਤ ਜੀ ਕਿਸੇ ਦੀ ਨਿੰਦਾ ਚੁਗਲੀ ਵੀ ਕਰਦਾ ਹੋਵੇ ਨਾ, ਸਾਨੂੰ ਉਹ ਵੀ ਦੂਰ ਰਹਿਣਾ ਚਾਹੀਦਾ ਹੈ। ਅਗਰ ਕੋਈ ਇਨਸਾਨ ਸਾਧ ਸੰਗਤ ਜੀ ਬੁਰੇ ਕਰਮ ਕਰ ਰਿਹਾ ਆ, ਜਦੋਂ ਸਾਨੂੰ ਕੋਈ ਉਸਦੇ ਬਾਰੇ ਦੱਸਦਾ ਆ ਨਾ ਵੀ ਭਾਈ ਉਹ ਬੁਰੇ ਕਰਮ ਕਰਦਾ, ਇਹ ਸੱਚ ਹੈ। ਪਰ ਜਦੋਂ ਕੋਈ ਸੱਚੇ ਇਨਸਾਨ ਬਾਰੇ ਕੋਈ ਵਧਾ ਚੜਾ ਕੇ ਗੱਲ ਕਰਦਾ ਆ, ਉਸ ਨੂੰ ਸੱਚੇ ਇਨਸਾਨ ਨੂੰ ਮਾੜਾ ਕਹਿੰਦਾ, ਇਸ ਨੂੰ ਸਤਿਗੁਰੂ ਜੀ ਫਰਮਾਉਂਦੇ, ਭਾਈ ਇਹ ਨਿੰਦਾ ਚੁਗਲੀ ਹੈ। ਤੇ ਸਾਨੂੰ ਨਿੰਦਾ ਤੇ ਚੁਗਲੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਕਿ ਭਾਈ ਜਦੋਂ ਵੀ ਅਸੀਂ ਕੰਨਾਂ ਦੇ ਨਾਲ ਸੁਣਨਾ ਹੈ, ਕੋਸ਼ਿਸ਼ ਕਰਨੀ ਹੈ ਕਿ ਭਾਈ ਅਸੀਂ ਸੱਚ ਹੀ ਸੁਣੀਏ। ਅਗਰ ਕੋਈ ਇਨਸਾਨ ਕਿਸੇ ਤੇ ਲੱਗਦਾ ਆ ਸਾਧ ਸੰਗਤ, ਜੋ ਚੰਗੇ ਭਲੇ ਨੂੰ ਵੀ ਮਾੜਾ ਕਹਿ ਦਿੰਦਾ ਹੈ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਭਗਤੀ ਦੇ ਵਿੱਚ ਇਹੀ ਹੈ ਕਿ ਅਸੀਂ ਕਿਸੇ ਸਤਪੁਰਸ਼ ਦਾ ਮਾੜਾ ਨਹੀਂ ਜੇ ਸੁਣਨਾ।
ਹਾਂ, ਜੋ ਬੁਰੇ ਕਰਮ ਕਰ ਰਿਹਾ ਉਸ ਬਾਰੇ ਜੇ ਕੋਈ ਸਾਨੂੰ ਦੱਸਦਾ ਸਾਧ ਸੰਗਤ ਜੋ ਸੱਚ ਹੈ, ਪਰ ਚੰਗੇ ਇਨਸਾਨ ਬਾਰੇ ਉਸ ਨੂੰ ਬੁਰਾ ਬਣਾ ਕੇ ਕਿਸੇ ਅੱਗੇ ਪੇਸ਼ ਕਰਨਾ ਸਤਿਗੁਰੂ ਜੀ ਫਰਮਾਉਂਦੇ ਭਾਈ ਇਹ ਗਲਤ ਹੈ। ਅਸੀਂ ਨਿੰਦਾ ਚੁਗਲੀ ਤੋਂ ਬਚਣਾ ਆ, ਸੱਚ ਦੇ ਨਾਲ ਰਹਿਣਾ ਹੈ। ਅੱਗੇ ਸਾਨੂੰ ਸਤਿਗੁਰੂ ਜੀ ਰਸਤਾ ਦਿਖਾ ਰਹੇ ਨੇ, ਮਨ ਸੋ ਮਦ ਕਰ ਕਰੋ ਚਰਨ ਹਿਰਦੇ ਤਰੋ, ਕਿ ਭਾਈ ਮੈਂ ਆਪਣੇ ਮਨ ਨੂੰ ਭੋਰਾ ਬਣਾ ਕੇ ਉਸ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਆ, ਤੇ ਉਸ ਤੋਂ ਸ੍ਰੇਸ਼ਟ ਰਸ ਮੈਂ ਪ੍ਰਾਪਤ ਕਰਦਾ ਹਾਂ। ਤੇ ਰਸਨਾ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸੋਹੰਗ ਸਤਨਾਮ ਹਰ ਹਰ ਸੋਹੰਗ ਸਤਨਾਮ ਜਾਪ ਕਰਦਾ ਹਾਂ। ਸਾਧ ਸੰਗਤ ਜੀ, ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚਾ ਕੇ ਆਪਣੇ ਅੰਦਰ ਬੈਠੇ ਉਸ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ, ਸਤਿਗੁਰੂ ਜੀ ਸਾਨੂੰ ਉਹ ਰਸਤਾ ਦਿਖਾ ਰਹੇ ਨੇ ਕਿ ਭਾਈ ਆਪਣੇ ਮਨ ਨੂੰ ਭੋਰਾ ਬਣਾਓ, ਉਸ ਪਰਮ ਪਿਤਾ ਪ੍ਰਮਾਤਮਾ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਓ। ਤੇ ਸਾਧ ਸੰਗਤ ਜੀ, ਜਦੋਂ ਅਸੀਂ ਸੋਹੰਗ ਸਤਨਾਮ ਦਾ ਜਾਪ ਕਰਾਂਗੇ, ਜੋ ਰਸ ਸਾਨੂੰ ਪ੍ਰਾਪਤ ਹੋਵੇਗਾ ਅੰਮ੍ਰਿਤ ਵੇਲੇ ਉੱਠ ਕੇ ਕਿਰਤ ਕਮਾਈਆਂ ਕਰਦੇ ਕਰਦੇ ਉਸ ਪ੍ਰਮਾਤਮਾ ਦਾ ਸਿਮਰਨ ਕਰਕੇ, ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਕਿਤੇ ਵੀ ਨਹੀਂ ਜੇ ਪ੍ਰਾਪਤ ਹੋਣਾ। ਉਹ ਐਸੀ ਆਨੰਦਮਈ ਅਵਸਥਾ ਫਿਰ ਸਾਧ ਸੰਗਤ ਜੀ ਸਾਡੀ ਬਣਦੀ ਹੈ। ਸਤਿਗੁਰੂ ਜੀ ਫਰਮਾਉਂਦੇ ਭਾਈ ਕਿਤੇ ਹੋਰ ਉਹ ਬਣਦੀ ਨਹੀਂ ਨੇ। ਐਸਾ ਧਿਆਨ ਤਰੋ ਬਨਵਾਰੀ ਮਨ ਪਵਨ ਦਿੜ ਸੁਖ ਮਨ ਨਾੜੀ, ਕਿ ਹੇ ਜੀਵ ਤੁਸ ਪਰਮ ਪਿਤਾ ਪ੍ਰਮਾਤਮਾ ਦਾ ਐਸਾ ਧਿਆਨ ਧਰ ਕਿ ਜਿਸ ਵੀ ਤੇਰਾ ਮਨ ਪ੍ਰਭੂ ਦੇ ਨਾਲ ਲੱਗ ਜਾਵੇ, ਤੇਰਾ ਸਵਾਸ ਸਵਾਸ ਉਸ ਪ੍ਰਮਾਤਮਾ ਦਾ ਸਿਮਰਨ ਕਰੇ। ਤੇ ਸਾਧ ਸੰਗਤ ਜੀ, ਜਿੱਥੋਂ ਤਿੰਨੋਂ ਨਾੜੀਆਂ ਇਕੱਠੀਆਂ ਹੁੰਦੀਆਂ ਨੇ, ਜਿਹਨੂੰ ਸਤਿਗੁਰੂ ਜੀ ਤ੍ਰਿਵੈਣੀ ਕਹਿੰਦੇ ਨੇ, ਈੜਾ ਪਿੰਗਲਾ ਸੁਖਮਨਾ ਨਾੜੀ, ਤੇ ਭਾਈ ਉੱਥੇ ਜਾ ਕੇ ਤੂੰ ਪ੍ਰਮਾਤਮਾ ਦਾ ਧਿਆਨ ਧਰ, ਉੱਥੇ ਧਿਆਨ ਟਿਕਾ। ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਜਦੋਂ ਅਸੀਂ ਉਸ ਤ੍ਰਿਵੈਣੀ ਦੇ ਵਿੱਚ ਧਿਆਨ ਟਿਕਾ ਕੇ ਪ੍ਰਮਾਤਮਾ ਦਾ ਸਿਮਰਨ ਕਰਾਂਗੇ, ਸਤਿਗੁਰੂ ਜੀ ਫਰਮਾਉਂਦੇ ਭਾਈ ਫਿਰ ਅਸੀਂ 10ਵੇਂ ਦੁਆਰ ਤੇ ਪਹੁੰਚ ਕੇ ਸੱਚ ਦੀ ਪ੍ਰਾਪਤੀ ਕਰ ਸਕਦੇ ਹਾਂ। ਐਸਾ ਧਿਆਨ ਤਰੋ ਬਨਵਾਰੀ ਮਨ ਪਵਨ ਦਿੜ ਸੁਖ ਮਨ ਨਾੜੀ, ਕਿ ਤੇਰੇ ਸਵਾਸ ਈੜਾ ਪਿੰਗਲਾ ਜਿੱਥੇ ਦੋਨੋਂ ਨਾੜੀਆਂ ਮਿਲਦੀਆਂ ਨੇ ਸਾਧ ਸੰਗਤ ਜੀ, ਸੁਖਮਨਾ ਨਾੜੀ ਭਾਵ 10ਵੇਂ ਦੁਆਰ ਵਿੱਚ ਸਾਨੂੰ ਸਵਾਸ ਪਹੁੰਚਾ ਲੈਣੇ ਚਾਹੀਦੇ, ਉੱਥੇ ਧਿਆਨ ਟਿਕਾ ਕੇ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਸੋਈ ਗੁਰੂ ਕਰੋ ਜੋ ਬਹੁਰ ਨਾ ਕਰਨਾ, ਐਸੀ ਮਰੋ ਜੋ ਬਹੁਰ ਨਾ ਮਰਨਾ। ਪਰ ਭਾਈ ਉਸ ਤੋਂ ਪਹਿਲਾਂ ਸਾਨੂੰ ਗੁਰੂ ਧਾਰਨ ਕਰਨਾ ਪਵੇਗਾ। ਤੇ ਵੱਡ ਕਰਮਾਂ ਵਾਲਿਆਂ ਸਾਧ ਸੰਗਤ ਜੀ ਕਿ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਸਾਨੂੰ ਮਿਲੇ ਨੇ, ਜੋ ਸਾਨੂੰ ਅਡੰਬਰਾ ਪਖੰਡਾਂ ਤੋਂ ਬਚਾ ਕੇ ਆਪਣੇ ਸਰੀਰ ਦੇ ਵਿੱਚੋਂ ਕਮਾਈ ਕਿਵੇਂ ਕਰਨੀ ਹੈ ਅੱਜ ਸਾਨੂੰ ਉਹ ਸਮਝਾ ਰਹੇ ਨੇ। ਤੇ ਸਤਿਗੁਰਾਂ ਦਾ ਫਰਮਾਨ ਹੈ ਸਾਧ ਸੰਗਤ ਜੀ, ਅਪਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜਮ ਕੰਕਰ ਕਰੈ ਖੁਆਰ, ਕਿ ਭਾਈ ਜੋ ਆਪਣੇ ਸਰੀਰ ਦੀ ਖੋਜ ਕਰਦਾ ਆ। ਸਾਧ ਸੰਗਤ ਜੀ, ਇਸ ਸਰੀਰ ਦੇ ਵਿੱਚ ਬਹੁਤ ਕੁਝ ਹੈ, ਉਹ ਸਾਰੀ ਦੁਨੀਆ ਦਾ ਮਾਲਕ ਇਸ ਸਰੀਰ ਦੇ ਵਿੱਚ ਬੈਠਾ ਆ। ਜਿੰਨੇ ਵੀ ਵਿਗਿਆਨੀ ਹੋਏ ਨੇ ਸਾਧ ਸੰਗਤ ਜੀ, ਜਿੰਨੀਆਂ ਵੀ ਖੋਜਾਂ ਕੀਤੀਆਂ ਨੇ ਸਰੀਰ ਦੇ ਵਿੱਚੋਂ ਹੀ ਕੀਤੀਆਂ ਨੇ। ਇਹ ਜੋ ਦਿਮਾਗ ਹੈ ਸਾਡੇ ਸਰੀਰ ਦੇ ਵਿੱਚ ਹੀ ਹੈ, ਤੇ ਇਸ ਸਰੀਰ ਦੀ ਸਹਾਇਤਾ ਦੇ ਨਾਲ ਅਸੀਂ ਮੋਬਾਈਲ ਫੋਨ ਬਣਾਇਆ ਹੈ, ਟ੍ਰੇਨਾਂ ਬਣਾਈਆਂ ਨੇ, ਹਵਾਈ ਜਹਾਜ਼ ਬਣਾਏ ਨੇ, ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਰਹੇ ਨੇ। ਕਿਸ ਵਜ੍ਹਾ ਕਰਕੇ ਸਾਧ ਸੰਗਤ ਜੀ, ਜਿੰਨੇ ਵੀ ਦੁਨੀਆ ਦੇ ਵੱਡੇ ਵੱਡੇ ਵਿਚਾਰ ਨੇ ਉਹ ਸਾਡੇ ਸਰੀਰ ਦੇ ਵਿੱਚ ਹੀ ਨੇ, ਇਸ ਮਨ ਦੇ ਵਿੱਚ ਹੀ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਅਪਤਨ ਕਾ ਜੋ ਕਰੈ ਵਿਚਾਰ ਤਿਸ ਨਹੀਂ ਜਮ ਕੰਕਰ ਕਰੈ ਖੁਆਰ, ਕਿ ਭਾਈ ਜਿਸ ਨੇ ਆਪਣੇ ਸਰੀਰ ਦਾ ਵਿਚਾਰ ਕਰ ਲਿਆ, ਜਿਸ ਨੇ ਆਪਣੇ ਅੰਦਰੋਂ ਖੋਜ ਕੀਤੀ, ਉਸ ਨੂੰ ਫਿਰ ਕੋਈ ਜਮਾ ਦਾ ਡਰ ਨਹੀਂ ਜੇ ਰਹਿੰਦਾ। ਤੇ ਸਾਧ ਸੰਗਤ ਜੀ, ਜਦੋਂ ਦੁਨੀਆ ਦੇ ਵੱਡੇ ਵੱਡੇ ਵਿਚਾਰ ਇਸ ਸਰੀਰ ਦੇ ਵਿੱਚੋਂ ਮਿਲ ਜਾਂਦੇ ਨੇ, ਤੇ ਜਦੋਂ ਅਸੀਂ ਖੋਜ ਕਰਾਂਗੇ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਸਾਨੂੰ ਇਸ ਸਰੀਰ ਦੇ ਵਿੱਚ ਮਿਲ ਜਾਵੇਗਾ। ਤੇ ਸਾਨੂੰ ਅੱਜ ਉਹ ਰਸਤਾ ਹੀ ਦਿਖਾ ਰਹੇ ਨੇ ਕਿ ਭਾਈ ਮਿਲਣਾ ਕਿਵੇਂ ਹੈ। ਉਲਟੀ ਗੰਗ ਜਮਨ ਮੈਂ ਲਿਆਓ, ਬਿਨਹੀ ਜਲ ਮਜਨ ਹੈ ਆਓ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜਦੋਂ ਜੀਵ ਆਪਣਾ ਧਿਆਨ ਸੰਸਾਰ ਵੱਲੋਂ ਪਲਟ ਕੇ ਆਪਣੇ ਸਰੀਰ ਵੱਲ ਲਗਾਉਂਦਾ ਹੈ, ਸਾਧ ਸੰਗਤ ਜੀ ਪ੍ਰਭੂ ਵੱਲ ਲਗਾਉਂਦਾ ਹੈ, ਗੰਗਾ ਭਾਵ ਈੜਾ ਨਾੜੀ, ਜਮਨਾ ਭਾਵ ਪਿੰਗਲਾ ਨਾੜੀ, ਤੇ ਮਿਲ ਕੇ ਸੁਖਮਨਾ ਨਾੜੀ ਨਾਲ ਮਿਲਦੀਆਂ ਨੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿੱਥੇ ਇਹ ਤਿੰਨੋਂ ਨਾੜੀਆਂ ਮਿਲਦੀਆਂ ਨੇ, ਉਸ 10ਵੇਂ ਦੁਆਰ ਦੀ ਤ੍ਰਿਵੈਣੀ ਦੇ ਵਿੱਚ
ਜਦੋਂ ਇਹ ਸੋਹਣ ਸਤਨਾਮ ਦਾ ਜਾਪ ਕਰਕੇ ਉਸ ਤੇ ਧਿਆਨ ਟਿਕਾਉਂਦਾ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਉੱਥੇ ਫਿਰ ਐਸਾ ਹੀ ਇਸ਼ਨਾਨ ਕਰਦਾ ਆ, ਫਿਰ ਇਸ ਨੂੰ ਕਦੇ ਇਸ਼ਨਾਨ ਕਰਨ ਦੀ ਲੋੜ ਨਹੀਂ ਜੇ ਪੈਂਦੀ। ਉਲਟੀ ਗੰਗ ਜਮਨ ਮੈਂ ਲਿਆਓ, ਬਿਨ ਹੀ ਜਲ ਮਜਨ ਹੈ ਆਓ। ਤੇ ਫਿਰ ਉੱਥੇ ਇਹ ਬਿਨਾਂ ਜਲ ਤੋਂ ਇਸ਼ਨਾਨ ਕਰਦਾ ਆ। ਤੇ ਸਾਧ ਸੰਗਤ ਜੀ, ਅਸੀਂ ਆਪਣੇ ਸਰੀਰ ਦੇ ਨਾਲ ਜੁੜਨਾ ਹੈ। ਸਤਿਗੁਰੂ ਜੀ ਫਰਮਾਉਂਦੇ ਭਾਈ ਤੂੰ ਸੋਹਣ ਸਤਨਾਮ ਦਾ ਜਾਪ ਕਰ, ਤੇ ਜਿੱਥੋਂ ਤਿੰਨੇ ਨਾੜੀਆਂ ਇਕੱਠੀਆਂ ਹੁੰਦੀਆਂ ਨੇ ਤ੍ਰਿਵੈਣੀ, ਉਸੇ 10ਵੇਂ ਦੁਆਰ ਤੇ ਜਾ ਕੇ ਤੂੰ ਆਪਣਾ ਧਿਆਨ ਟਿਕਾ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾਉ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਹੇ ਗੋਬਿੰਦ, ਹੇ ਪ੍ਰਮਾਤਮਾ ਜੀ, ਹੇ ਗਰੀਬਾਂ ਨੂੰ ਨਿਵਾਜਣ ਵਾਲੇ, ਮੇਰੀ ਪ੍ਰੀਤ ਆਪ ਜੀ ਨਾਲੋਂ ਕਦੇ ਵੀ ਨਾ ਕਟੇ। ਕਿਉਂਕਿ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਇਹ ਜੋ ਪ੍ਰੀਤੀ ਹੈ ਬੜੇ ਮਹਿੰਗੇ ਮੁੱਲ ਨਾਲ ਪ੍ਰਾਪਤ ਕੀਤੀ ਹੈ। ਤੇ ਸਾਧ ਸੰਗਤ ਜੀ ਇਹ ਸੱਚ ਹੈ ਕਿ ਜੋ ਸੱਚੀ ਪ੍ਰੀਤ ਹੈ ਬੜੀ ਮਹਿੰਗੀ ਹੁੰਦੀ ਹੈ। ਮਹਿੰਗੀ ਕਿਵੇਂ ਹੈ? ਸਤਿਗੁਰੂ ਜੀ ਫਰਮਾਉਂਦੇ ਭਾਈ ਸਭ ਤੋਂ ਪਹਿਲਾਂ ਤਾਂ ਵਹਿਮ ਭਰਮ ਅਡੰਬਰ ਪਖੰਡ ਛੱਡਣੇ ਪੈਂਦੇ ਨੇ। ਦੁਨੀਆ ਦੀ ਜਿੰਨੀਆਂ ਵੀ ਵਾਸ਼ਨਾਵਾਂ ਸਾਧ ਸੰਗਤ ਜੀ ਉਹ ਛੱਡਣੀਆਂ ਪੈਂਦੀਆਂ ਨੇ, ਸੱਚ ਦਾ ਮਾਰਗ ਚੁਣਨਾ ਪੈਂਦਾ। ਤੇ ਜੋ ਸੱਚ ਦਾ ਮਾਰਗ ਹੈ ਉਹ ਕੋਈ ਸੌਖਾ ਮਾਰਗ ਨਹੀਂ ਹੈ। ਘਟ ਅਵਗਟ ਡੂੰਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿੱਖ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕਿ ਭਾਈ ਜੋ ਸੱਚ ਦਾ ਮਾਰਗ ਹੈ ਉਹ ਪਹਾੜੀ ਵਰਗਾ ਸਾਧ ਸੰਗਤ ਜੀ ਉੱਚਾ ਨੀਵਾਂ ਮਾਰਗ ਹੈ, ਤੇ ਉੱਪਰੋਂ ਜੋ ਮਨ ਰੂਪੀ ਬੈਲ ਆ ਉਹ ਬਹੁਤ ਕਮਜ਼ੋਰ ਹੁੰਦਾ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਸੱਚ ਦੀ ਪ੍ਰੀਤ ਹੈ ਬੜੀ ਮਹਿੰਗੀ ਹੁੰਦੀ ਹੈ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਤੇ ਸਾਧ ਸੰਗਤ ਜੀ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੱਚ ਦੇ ਮਾਰਗ ਤੇ ਚੱਲੇ, ਕਿੰਨਾ ਉਹਨਾਂ ਦਾ ਵੈਰ ਵਿਰੋਧ ਹੋਇਆ। ਜੋ ਉਸ ਸਮੇਂ ਦਾ ਦਿਖਾਵੇ ਵਾਲਾ ਪੁਜਾਰੀ ਵਰਗ ਸੀ, ਸਤਿਗੁਰਾਂ ਦਾ ਵਿਰੋਧ ਕੀਤਾ, ਸਤਿਗੁਰਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ, ਰਾਜੇ ਦੀ ਕਚਹਿਰੀ 'ਚ ਬੁਲਾਇਆ। ਪਰ ਸੱਚ ਦੀ ਜੋ ਹਮੇਸ਼ਾ ਸਾਧ ਸੰਗਤ ਜੀ ਜਿੱਤ ਹੁੰਦੀ, ਉਹ ਪਰਮ ਪਿਤਾ ਪ੍ਰਮਾਤਮਾ ਵੀ ਸੱਚ ਤੇ ਚੱਲਣ ਵਾਲੇ ਮਾਰਗ, ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਸਾਧ ਸੰਗਤ ਜੀ, ਉਹਨਾਂ ਦਾ ਸਾਥ ਜ਼ਰੂਰ ਦਿੰਦਾ ਆ। ਇਸ ਲਈ ਸਤਿਗੁਰਾਂ ਨੇ ਫਰਮਾਇਆ ਸੀ, ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰ। ਕਿ ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਆ ਉਹਨਾਂ ਦੇ ਸਿਰ ਤੇ ਛਤਰ ਝੁਲਦੇ ਨੇ। ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ। ਨਹੀਂ ਤਾਂ ਸਾਧ ਸੰਗਤ ਜੀ ਹਰ ਰੋਜ਼ ਲੱਖਾਂ ਜੀਵ ਪੈਦਾ ਹੁੰਦੇ ਨੇ, ਲੱਖਾਂ ਜੀਵ ਜਾ ਰਹੇ ਨੇ, ਪਰ ਯਾਦ ਉਸੇ ਨੂੰ ਰੱਖਿਆ ਜਾਂਦਾ ਹੈ। ਦੁਨੀਆ ਉਹਨਾਂ ਨੂੰ ਨਮਸਕਾਰਾ ਕਰਦੀ ਹੈ ਜਦੋਂ ਇਹ ਸੰਸਾਰ ਦੇ ਵਿੱਚ ਹੁੰਦੇ ਨੇ, ਉਦੋਂ ਵੀ ਨਮਸਕਾਰਾਂ ਹੁੰਦੀਆਂ ਨੇ। ਜਦੋਂ ਸੰਸਾਰ ਤੋਂ ਸਰੀਰਕ ਤੌਰ ਤੇ ਚਲੇ ਜਾਂਦੇ ਨੇ ਉਦੋਂ ਵੀ ਨਮਸਕਾਰਾਂ ਹੁੰਦੀਆਂ ਨੇ। ਭਾਈ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ। ਤਾਂ ਆਓ ਸਾਧ ਸੰਗਤ ਜੀ, ਅਸੀਂ ਵੀ ਵੱਡ ਕਰਮਾਂ ਵਾਲੇ ਹਾਂ ਕਿ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਸਾਨੂੰ ਮਿਲੇ ਨੇ। ਤੇ ਜੋ ਰਸਤਾ ਸਾਨੂੰ ਉਹ ਦਿਖਾ ਰਹੇ ਨੇ, ਉਸ ਰਸਤੇ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਵਾਰੀਏ। ਤੇ ਕਰਨਾ ਕੀ ਹੈ? ਸਤਿਗੁਰੂ ਜੀ ਫਰਮਾਉਂਦੇ ਭਾਈ ਕੁਛ ਨਹੀਂ, ਤੂੰ ਆਪਣੀ ਜ਼ਿੰਮੇਵਾਰੀਆਂ ਨਿਭਾ। ਨਾ ਸਾਨੂੰ ਸਤਿਗੁਰਾਂ ਨੇ ਕੋਈ ਕੰਮਕਾਰ ਛੱਡਣ ਨੂੰ ਕਿਹਾ ਹੈ ਸਾਧ ਸੰਗਤ ਜੀ, ਸਗੋਂ ਤਾਂ ਫਰਮਾਉਂਦੇ ਨੇ ਜੀਵਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ। ਕਿ ਭਾਈ ਤੂੰ ਹੱਥਾਂ ਨਾਲ ਕਿਰਤ ਕਰ ਤੇ ਇਸ ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸੋਹਣ ਸਤਨਾਮ ਦਾ ਜਾਪ ਕਰ। ਤੇ ਸੱਚਾ ਸਾਧ ਸੰਗਤ ਜੀ, ਜੋ ਇਨਸਾਨ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਆ, ਇਮਾਨਦਾਰੀ ਦੀ ਰੋਟੀ ਕਮਾਉਂਦਾ ਹੈ, ਜੀਵਾਂ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਇਸ ਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਹੈ। ਸਭ ਕੁਝ ਘਰ ਮੈਂ ਬਾਹਰ ਨਾਹੀਂ, ਬਾਹਰ ਢੋਲੇ ਸੋ ਭਰਮ ਭੁਲਾਈ। ਕਿ ਭਾਈ ਜੋ ਕੁਝ ਵੀ ਉਹ ਸਾਡੇ ਸਰੀਰ ਦੇ ਵਿੱਚ ਹੀ ਹੈ। ਕਹਿ ਰਵਿਦਾਸ ਹਾਥ ਪਹਿਨੇ ਰਹਿ ਸਹਿਜੇ ਹੋਏ ਸੋ ਹੋਏ। ਕਿ ਭਾਈ ਜਿਸ ਪ੍ਰਮਾਤਮਾ ਨੂੰ ਇਹ ਸਾਰੀ ਦੁਨੀਆ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਕੇ ਜੰਗਲਾਂ, ਪਹਾੜਾਂ, ਤੀਰਥ ਸਥਾਨਾਂ ਤੇ ਲੱਭ ਰਹੀ ਹੈ, ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਆ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾਉ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਕੰਚਨ ਸੋ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਿ ਭਾਈ ਪ੍ਰਮਾਤਮਾ ਸੋਨੇ ਨਾਲ ਤੋਲ ਕੇ ਨਹੀਂ ਜੇ ਪਾਇਆ ਜਾਂਦਾ, ਆਪਣਾ ਆਪ ਮਿਟਾ ਕੇ
ਤੇ ਬਹੁਤ ਹੀ ਵੱਡੀ ਸੱਚਾਈ ਹੈ ਸਾਧ ਸੰਗਤ ਜੀ। ਸਤਿਗੁਰਾਂ ਨੇ ਵੀ ਫਰਮਾਇਆ ਆ ਕਿ ਭਾਈ ਜਦੋਂ ਤੱਕ ਸਾਡੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਹੰਕਾਰ ਆ, ਚਾਹੇ ਸਾਨੂੰ ਪੈਸੇ ਦਾ ਹੰਕਾਰ ਹੋਵੇ, ਚਾਹੇ ਸਾਨੂੰ ਧੀਆਂ ਪੁੱਤਰਾਂ ਦਾ ਹੰਕਾਰ ਹੋਵੇ, ਜਾਇਦਾਦ ਦਾ, ਆਪਣੇ ਰੂਪ ਤੇ ਹੰਕਾਰ ਹੋਵੇ, ਸਤਿਗੁਰੂ ਜੀ ਫਰਮਾਉਂਦੇ ਭਾਈ ਜਦੋਂ ਤੱਕ ਸਾਡੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਹੰਕਾਰ ਆ, ਸਾਨੂੰ ਸੱਚ ਦੀ ਪ੍ਰਾਪਤੀ ਹੋਈ ਨਹੀਂ ਜੇ ਸਕਦੀ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਕਿ ਭਾਈ ਜਦੋਂ ਤੱਕ ਸਾਡੇ ਮਨ ਦੇ ਵਿੱਚ ਹੰਕਾਰ ਹੈ, ਕਿਸੇ ਵੀ ਪ੍ਰਕਾਰ ਦੀ ਮੈਂ ਹੈ, ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੁੰਦੀ। ਪਰ ਜਦੋਂ ਅਸੀਂ ਉਸ ਪ੍ਰਮਾਤਮਾ ਦਾ ਸਿਮਰਨ ਕਰਕੇ ਹੰਕਾਰ ਮਿਟਾ ਲੈਂਦੇ ਹਾਂ ਸਾਧ ਸੰਗਤ ਜੀ, ਤਾਂ ਸਤਿਗੁਰੂ ਜੀ ਫਰਮਾਉਂਦੇ ਉਸ ਪ੍ਰਮਾਤਮਾ ਦੀ ਐਸੀ ਕਿਰਪਾ ਹੁੰਦੀ ਹੈ, ਫਿਰ ਕਦੇ ਸਾਧ ਸੰਗਤ ਜੀ ਮਨ ਦੇ ਵਿੱਚ ਹੰਕਾਰ ਨਹੀਂ ਜੀ ਆਉਂਦਾ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਪਰ ਜਿਸ ਦੇ ਇਨਸਾਨ ਦੇ ਮਨ ਦੇ ਵਿੱਚ ਥੋੜੀ ਜਿਹੀ ਵੀ ਮੈਂ ਹੋਵੇ ਨਾ, ਸਤਿਗੁਰੂ ਜੀ ਫਰਮਾਉਂਦੇ ਉਹਨੂੰ ਸੱਚ ਮਿਲਦਾ ਹੀ ਨਹੀਂ। ਪੁੱਤਰ ਕਲਤਰ ਕਾ ਕਰੈ ਅਹੰਕਾਰ, ਠਾਕੁਰ ਲੇਖਾ ਮੰਗਣਹਾਰ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਾ ਹੋਏ ਤੇਰੀ। ਅੱਗੇ ਸਤਿਗੁਰੂ ਜੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਦੇ ਹੋਏ ਸਮਝਾ ਰਹੇ ਨੇ ਕਿ ਹੇ ਪ੍ਰਭੂ ਜੀ, ਸੰਤਾਂ ਦੀ ਸੰਗਤ ਤੋਂ ਬਿਨਾ ਆਪ ਜੀ ਪ੍ਰਤੀ ਪ੍ਰੇਮ ਉਤਪੰਨ ਨਹੀਂ ਜੀ ਹੁੰਦਾ। ਤੇ ਸਾਧ ਸੰਗਤ ਜੀ ਸਾਨੂੰ ਵੀ ਸਮਝਾ ਰਹੇ ਨੇ ਕਿ ਭਾਈ ਜਦੋਂ ਤੱਕ ਅਸੀਂ ਸਤਸੰਗ ਦੇ ਵਿੱਚ ਨਹੀਂ ਜੇ ਜਾਂਦੇ, ਜਦੋਂ ਤੱਕ ਅਸੀਂ ਸੱਚ ਦਾ ਸਾਥ ਨਹੀਂ ਜੇ ਲੈਂਦੇ, ਸਾਡੇ ਅੰਦਰ ਭਾਵਨਾ ਪੈਦਾ ਨਹੀਂ ਜੀ ਹੁੰਦੀ। ਸਾਧ ਸੰਗਤ ਜੀ ਜਿਸ ਤਰ੍ਹਾਂ ਦੀ ਸੰਗਤ ਅਸੀਂ ਕਰਦੇ ਆ, ਉਸ ਤਰ੍ਹਾਂ ਦਾ ਰੰਗ ਚੜ੍ਹਨਾ ਹੀ ਹੁੰਦਾ ਆ। ਜੇਕਰ ਅਸੀਂ ਕੁਝ ਕੁ ਸਮਾਂ ਮਾੜੀ ਸੰਗਤ ਦੇ ਵਿੱਚ ਬੈਠ ਜਾਂਦੇ ਆ, ਤੇ ਸਮਾਂ ਬੀਤਦੇ ਬੀਤਦੇ ਜੋ ਮਾੜੀ ਸੰਗਤ ਦੇ ਵਿਚਾਰ ਨੇ ਕਿਤੇ ਨਾ ਕਿਤੇ ਅਸਰ ਜ਼ਰੂਰ ਕਰਦੇ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੱਚ ਨਾਲ ਜੋੜ ਰਹੇ ਨੇ ਕਿ ਭਾਈ ਜਦੋਂ ਤੱਕ ਅਸੀਂ ਸੱਚ ਦੀ ਸੰਗਤ ਨਹੀਂ ਜੇ ਕਰਦੇ, ਸਤ ਸੰਗ ਦਾ ਸਾਥ ਨਹੀਂ ਜੇ ਲੈਂਦੇ, ਕਿਉਂਕਿ ਸਤਸੰਗ ਤੋਂ ਬਗੈਰ ਸਾਡੇ ਮਨ ਦੇ ਵਿੱਚ ਭਾਵਨਾ ਪੈਦਾ ਨਹੀਂ ਜੀ ਹੁੰਦੀ, ਤੇ ਬਿਨਾਂ ਭਾਵਨਾ ਤੋਂ ਸਤਿਗੁਰੂ ਜੀ ਫਰਮਾਉਂਦੇ ਭਾਈ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਜੀ ਹੁੰਦੀ, ਤੇ ਭਗਤੀ ਵੀ ਨਹੀਂ ਜੀ ਹੁੰਦੀ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਭਗਤ ਬਿਨ ਬਿਰਥੇ ਜਨਮ ਗਇਓ। ਤੇ ਆਓ ਸਾਧ ਸੰਗਤ ਜੀ ਅਸੀਂ ਵੀ ਸੱਚ ਨਾਲ ਜੁੜੀਏ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ, ਕਿ ਭਾਈ ਸਤਸੰਗ ਦੇ ਨਾਲ, ਸੱਚ ਦੇ ਨਾਲ ਅਸੀਂ ਇਸ ਤਰ੍ਹਾਂ ਜੁੜ ਕੇ ਰਹੀਏ ਸਾਧ ਸੰਗਤ ਜੀ, ਜਿਵੇਂ ਮਧੂ ਮੱਖੀਆਂ ਆਪਸ ਵਿੱਚ ਜੁੜ ਕੇ ਰਹਿੰਦੀਆਂ ਨੇ। ਜਿੰਨੇ ਵੀ ਵੈਰ ਵਿਰੋਧ ਨੇ ਸਾਡੇ, ਅਸੀਂ ਆਪਸ ਦੇ ਵਿੱਚ ਮਿਟਾ ਕੇ ਸੱਚ ਦੇ ਨਾਲ ਜੁੜੀਏ, ਤਾਂ ਜੋ ਸਾਡਾ ਜੋ ਮਨੁੱਖਾ ਜੀਵਨ ਹੈ ਉਹ ਸੱਚ ਹੋ ਸਕੇ। ਭਗਤ ਬਿਨ ਬਿਰਥੈ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ। ਕਿ ਭਾਈ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਅਮੋਲਕ ਜਨਮ ਵਿਅਰਥ ਜਾ ਰਿਹਾ ਹੈ, ਸੱਚ ਦੇ ਮਾਰਗ ਤੋਂ ਬਗੈਰ। ਸਾਧ ਸੰਗਤ ਤੇ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਸੱਚਾਈ ਕਿਤੇ ਵੀ ਨਹੀਂ ਹੈ। ਤੇ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਜੀ ਸੱਚ ਦੀ ਸੰਗਤ ਕਰਨ ਵਾਸਤੇ ਕਿਹਾ, ਛੱਡੀਏ ਅਸੀਂ ਝੂਠ ਦਾ ਖਹਿੜਾ। ਇਹ ਜੋ ਵਹਿਮ ਭਰਮ ਅਡੰਬਰ ਨੇ, ਨਸ਼ੇ ਨੇ, ਚਾਹੇ ਕਿਸੇ ਵੀ ਪ੍ਰਕਾਰ ਦਾ ਹੋਵੇ, ਕੋਈ ਵੀ ਮਾੜੀ ਸੰਗਤ ਦਾ ਇਨਸਾਨ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਉਸ ਦਾ ਸਾਥ ਛੱਡੋ, ਉਸ ਲਈ ਵੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰੋ, ਉਹ ਵੀ ਸੱਚ ਦੇ ਮਾਰਗ ਤੇ ਆਵੇ। ਤੇ ਇਹ ਵੀ ਸੱਚ ਹੈ ਸਾਧ ਸੰਗਤ ਜੀ, ਇਹ ਦੁਨੀਆ ਦੇ ਵਿੱਚ ਦੇਖਿਆ ਕਿ ਭਾਈ ਸੰਗਤ ਦਾ ਅਸਰ ਵੀ ਬਹੁਤ ਹੁੰਦਾ ਆ। ਤੇ ਅੱਜ ਸਾਨੂੰ ਸਤਿਗੁਰੂ ਜੀ ਸਤਸੰਗ ਦੇ ਨਾਲ ਜੋੜ ਰਹੇ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਫਰਮਾਉਂਦੇ ਨੇ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਕਿ ਭਾਈ ਸੰਤਾਂ ਦੀ ਸੰਗਤ ਤੋਂ ਬਿਨਾਂ ਇਸ ਸੰਸਾਰ ਰੂਪੀ ਸਮੁੰਦਰ ਤੋਂ ਕੋਈ ਵੀ ਪਾਰ ਨਹੀਂ ਜੀ ਹੋ ਸਕਿਆ। ਸੰਤ ਜੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਜੈ ਦੀਜੇ ਦੇ ਦੇਵਾ ਦੇ। ਕਿ ਭਾਈ ਸਭ ਤੋਂ ਵੱਡੀ ਜੇ ਕੋਈ ਸੰਗਤ ਹੈ ਸਾਧ ਸੰਗਤ ਜੀ, ਉਹ ਸੱਚ ਦੀ ਸੰਗਤ ਹੈ, ਸੰਤਾਂ ਦੀ ਸੰਗਤ ਹੈ। ਤੇ ਜਿਸ ਇਨਸਾਨ ਕੋਲੇ ਸੰਤਾਂ ਦੀ ਸੰਗਤ ਹੈ, ਉਹ ਵਹਿਮਾਂ ਭਰਮਾਂ ਡੰਬਰਾਂ ਪਖੰਡਾਂ 'ਚ ਨਹੀਂ ਜੇ ਪੈਂਦਾ। ਸੰਤਾਂ ਦੀ ਸੰਗਤ ਦੇ ਵਿੱਚ ਜਾ ਕੇ ਹੀ ਪਤਾ ਲੱਗਦਾ ਆ ਕਿ ਕੀ ਸੱਚ ਹੈ ਤੇ ਕੀ ਝੂਠ ਹੈ। ਤੇ ਸਾਧ ਸੰਗਤ ਜੀ ਸੰਤਾਂ ਦੀ ਸੰਗਤ ਦੇ ਵਿੱਚ ਉਸ ਪਰਮ ਪਿਤਾ ਪ੍ਰਮਾਤਮਾ ਦੀ ਜੋ ਪ੍ਰਾਪਤੀ ਹੈ, ਉਸ ਦਾ ਰਸਤਾ ਜੋ ਸੌਖਾ ਹੁੰਦਾ ਹੈ। ਤੇ ਦੁਨੀਆ ਦੀ ਸਭ ਤੋਂ ਵੱਡੀ ਸੰਗਤ ਜੋ ਸਤਿਗੁਰਾਂ ਨੇ ਫਰਮਾਈ ਭਾਈ, ਉਹ ਸੱਚ ਦੀ ਸੰਗਤ ਹੀ ਹੈ। ਇਸ ਲਈ ਸਤਿਗੁਰੂ ਜੀ ਸਾਨੂੰ ਫਰਮਾਉਂਦੇ ਨੇ, ਸੋਈ ਗੁਰੂ ਕਰੋ ਜੋ ਬੋਹਰ ਨਾ ਕਰਨਾ, ਐਸੀ ਮਰੋ ਜੋ ਬੋਹਰ ਨਾ ਮਰਨਾ। ਕਿ ਭਾਈ ਜੋ ਗੁਰੂ ਦਾ ਗਿਆਨ ਹੈ, ਉਹ ਅਗਿਆਨਤਾ ਦਾ ਨਾਸ਼ ਕਰਦਾ ਹੈ। ਜਦੋਂ ਅਸੀਂ ਸੰਤਾਂ ਦੀ ਸੰਗਤ ਕਰਦੇ ਹਾਂ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਕਿ ਭਾਈ ਸੰਤਾਂ ਦੀ ਸੰਗਤ ਵਿੱਚ ਜਾ ਕੇ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ,
ਤੇ ਜਦੋਂ ਗੁਰੂ ਸਾਨੂੰ ਗਿਆਨ ਦਿੰਦਾ ਹੈ, ਉਹ ਐਸਾ ਗਿਆਨ ਹੈ ਸਾਧ ਸੰਗਤ ਜੀ, ਜਦੋਂ ਉਸ ਦੀ ਜੋਤ ਜਗਦੀ ਹੈ, ਸਾਡੇ ਮਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦਾ ਹਨੇਰਾ ਆ ਉਹ ਦੂਰ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ, ਪਇਓ ਜਿਆਰੋ ਪਵਨ ਸਗਲਾਰੇ। ਸਤਿਗੁਰੂ ਜੀ ਸਾਨੂੰ ਕੋਈ ਦੁਨਿਆਵੀ ਜੋਤਾਂ ਜਗਾਉਣ ਦੀ ਗੱਲ ਨਹੀਂ ਜੇ ਕਰਦੇ ਕਿ ਭਾਈ ਜਿਵੇਂ ਅਸੀਂ ਇੱਕ ਕਮਰੇ 'ਚ ਜੋਤ ਜਗਾਉਂਦੇ ਹਾਂ, ਦੀਵਾ ਜਗਾਉਂਦੇ ਹਾਂ, ਜਿਵੇਂ ਉਹ ਕਮਰੇ 'ਚ ਚਾਨਣ ਹੁੰਦਾ ਹੈ, ਐਸੇ ਤਰ੍ਹਾਂ ਜਿਸ ਇਨਸਾਨ ਦੇ ਅੰਦਰ ਗਿਆਨ ਦੀ ਜੋਤ ਜਗਦੀ ਹੈ, ਜਦੋਂ ਉਸ ਦੇ ਅੰਦਰ ਗੁਰਾਂ ਦੇ ਗਿਆਨ ਦੀ ਜੋਤ ਜਗਦੀ ਹੈ ਸਾਧ ਸੰਗਤ ਜੀ, ਉਹ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਆਪਣੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਆ। ਤੇ ਉਹ ਐਸਾ ਗਿਆਨ ਹੈ ਕਿ ਜਨਮਾਂ ਜਨਮਾਂਤਰਾਂ ਦਾ ਜੋ ਅਗਿਆਨਤਾ ਦਾ ਹਨੇਰਾ ਆ ਉਹ ਦੂਰ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਸੋਈ ਗੁਰੂ ਕਰੋ ਜੋ ਬੋਹਰ ਨਾ ਕਰਨਾ। ਬਹੁਤੇ ਜੀਵ ਨੇ ਸਾਧ ਸੰਗਤ ਜੀ ਕਦੇ ਇਸ ਗੁਰੂ ਨੂੰ ਧਾਰਨ ਕਰਦੇ, ਜਦੋਂ ਮਨ ਨਹੀਂ ਜੁੜਦਾ ਤਾਂ ਗੁਰੂ ਬਦਲ ਲੈਂਦੇ ਨੇ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਭਾਲ ਜਾਰੀ ਰੱਖੋ। ਜਿਵੇਂ ਮੀਰਾਬਾਈ, ਸੰਤ ਮੀਰਾਬਾਈ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਸਾਧ ਸੰਗਤ ਜੀ ਦੁਨੀਆ ਦੇ ਅਲੱਗ-ਅਲੱਗ ਕੋਨੇ ਦੇ ਵਿੱਚ ਗਈ, ਕਦੇ ਇਸ ਪਾਸੇ ਵੱਲ ਜਾਂਦੀ ਹੈ, ਕਦੇ ਉਸ ਪਾਸੇ ਵੱਲ ਜਾਂਦੀ ਹੈ। ਪਰ ਜਦੋਂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਪੂਰਨ ਗੁਰੂ ਮਿਲੇ, ਫਿਰ ਜਾ ਕੇ ਸਾਧ ਸੰਗਤ ਜੀ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਹੋਈ। ਜਦੋਂ ਸਤਿਗੁਰਾਂ ਨੇ ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਕਹਿ ਰਵਿਦਾਸ ਹਾਥ ਪੈਨੇ ਰਹਿ ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਰਹਿ ਢੂੰਡਤ ਕਾਸ ਫਿਰੇ। ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਤ ਮੀਰਾਬਾਈ ਜੀ ਨੂੰ ਸਮਝਾਇਆ ਸੀ ਕਿ ਭਾਈ ਬਾਹਰ ਕਿਤੇ ਵੀ ਪ੍ਰਮਾਤਮਾ ਨਹੀਂ ਜੇ ਮਿਲਣਾ, ਜਦੋਂ ਵੀ ਸਾਨੂੰ ਸੱਚ ਦੀ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ, ਉਹ ਸਾਨੂੰ ਆਪਣੇ ਸਰੀਰ ਦੇ ਵਿੱਚੋਂ ਹੀ ਹੋਣੀ ਹੈ। ਜਿਵੇਂ ਹਿਰਨ ਦੀ ਨਾਭੀ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਸ ਹਿਰਨ ਨੂੰ ਨਹੀਂ ਜੇ ਪਤਾ ਹੁੰਦਾ ਕਿ ਉਸ ਦੀ ਨਾਭੀ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ। ਉਸ ਖੁਸ਼ਬੂ ਨੂੰ ਪ੍ਰਾਪਤ ਕਰਨ ਵਾਸਤੇ, ਲੱਭਣ ਵਾਸਤੇ ਕਦੇ ਇਸ ਪਾਸੇ ਵੱਲ ਜਾਂਦਾ ਆ, ਕਦੇ ਦੂਜੇ ਪਾਸੇ ਵੱਲ ਜਾਂਦਾ, ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ ਸਾਧ ਸੰਗਤ ਜੀ ਇਹ ਜੋ ਖੁਸ਼ਬੂ ਮੇਰੇ ਅੰਦਰੋਂ ਆ ਰਹੀ ਹੈ। ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਇਸ ਇਨਸਾਨ ਦੇ ਅੰਦਰ ਬੈਠਾ ਆ, ਤੇ ਇਹ ਚੱਲਿਆ ਵਾਂਗੂ ਪਰਮਾਤਮਾ ਨੂੰ ਕਦੇ ਇਸ ਦਰ ਤੇ ਕਦੇ ਉਸ ਦਰ ਤੇ ਲੱਭਦਾ ਫਿਰਦਾ ਆ। ਤੇ ਸਾਧ ਸੰਗਤ ਜੀ ਇਹੀ ਪਾਵਨ ਪਵਿੱਤਰ ਵਚਨ ਸਤਿਗੁਰਾਂ ਨੇ ਸੰਤ ਮੀਰਾਬਾਈ ਨੂੰ ਦੱਸੇ। ਤੇ ਜਦੋਂ ਗੁਰਮੰਤਰ ਦਿੱਤਾ ਸਾਧ ਸੰਗਤ ਜੀ, ਮੀਰਾ ਨੇ ਉਸ ਗੁਰਮੰਤਰ ਦੀ ਕਮਾਈ ਕਰਕੇ ਆਪਣੇ ਅੰਦਰੋਂ ਸੱਚ ਦੀ ਪ੍ਰਾਪਤੀ ਕੀਤੀ। ਪਰ ਪੂਰੇ ਗੁਰੂ ਮਿਲਣ ਤੋਂ ਪਹਿਲਾਂ ਉਸ ਦੀ ਭਟਕਣਾ ਬਹੁਤ ਸੀ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਸੋਈ ਗੁਰੂ ਕਰੋ ਜੋ ਬੋਹਰ ਨਾ ਕਰਨਾ, ਐਸੀ ਮਰੋ ਜੋ ਬੋਹਰ ਨਾ ਮਰਨਾ। ਕਿ ਭਾਈ ਗੁਰੂ ਦਾ ਗਿਆਨ ਅਗਿਆਨਤਾ ਦਾ ਨਾਸ਼ ਕਰਦਾ ਆ। ਤੇ ਫਿਰ ਗੁਰੂ, ਜਦੋਂ ਸੱਚਾ ਗੁਰੂ ਪ੍ਰਾਪਤ ਹੋ ਜਾਵੇ, ਫਿਰ ਸਾਨੂੰ ਕਿਸੇ ਦੀ ਲੋੜ ਨਹੀਂ ਜੇ ਰਹਿੰਦੀ, ਨਾ ਸਾਡੇ ਮਨ ਦੇ ਵਿੱਚ ਕੋਈ ਦਵੈਸ਼ ਰਹਿੰਦਾ ਹੈ ਸਾਧ ਸੰਗਤ ਜੀ, ਕਿ ਕੋਈ ਵੱਡਾ ਹੈ, ਛੋਟਾ ਹੈ, ਅਮੀਰ ਹੈ, ਗਰੀਬ ਹੈ। ਫਿਰ ਹਰ ਇਨਸਾਨ ਦੇ ਅੰਦਰ ਸਾਨੂੰ ਪ੍ਰਮਾਤਮਾ ਦੀ ਜੋਤ ਦਿਖਾਈ ਦਿੰਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਤੇ ਜਦੋਂ ਜੀ ਪ੍ਰਮਾਤਮਾ ਦਾ ਨਾਮ ਜਪ ਕੇ ਜੀਵਨ ਮੁਕਤ ਹੋ ਜਾਂਦਾ ਆ, ਫਿਰ ਇਸ ਨੂੰ ਦੁਬਾਰਾ ਮਰਨਾ ਨਹੀਂ ਜੇ ਪੈਂਦਾ। ਸੋਈ ਗੁਰੂ ਕਰੋ ਜੋ ਬੋਹਰ ਨਾ ਕਰਨਾ, ਐਸੀ ਮਰੋ ਜੋ ਬੋਹਰ ਨਾ ਮਰਨਾ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਧ ਸੰਗਤ ਜੀ ਸਾਨੂੰ ਸਮਝਾ ਰਹੇ ਨੇ। ਉਸ ਪਰਮ ਪਿਤਾ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਬੇਨਤੀ ਕਰਦੇ ਨੇ ਕਿ ਹੇ ਪਰਮ ਪਿਤਾ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ, ਮੇਰੀ ਸੇਵਕ ਦੀ ਲਾਜ ਰੱਖੋ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਕਿ ਭਾਈ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਰਾਜਾ ਰਾਮ ਦੀ ਗੱਲ ਨਹੀਂ ਜੀ ਕਰਦੇ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਰਵਿਦਾਸ ਹਮਾਰੋ ਰਾਮ ਤੋਂ ਦਸ਼ਰਥ ਕਰ ਸੁਤਨਾਏ, ਰਾਮ ਹਮੀ ਮੈਂ ਰਮਰਿਓ ਵਿਸ਼ਵ ਕੁਟੁੰਬ ਮਾਹੀ। ਕਿ ਭਾਈ ਜਿਸ ਰਾਮ ਦੀ ਮੈਂ ਗੱਲ ਕਰਦਾ ਆ, ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਮੈਂ ਤਾਂ ਉਸ ਰਾਮ ਦੀ ਗੱਲ ਕਰਦਾ ਹਾਂ ਜਿਸ ਨੇ ਦਸ਼ਰਥ ਦੇ ਬੇਟੇ ਰਾਮ ਨੂੰ ਵੀ ਬਣਾਇਆ ਹੈ। ਉਹ ਸਾਰੀ ਦੁਨੀਆ ਦਾ ਮਾਲਕ, ਜੋ ਸਾਰੀ ਦੁਨੀਆ ਨੂੰ ਚਲਾ ਰਿਹਾ ਆ, ਜੋ ਹਰ ਇਨਸਾਨ ਦੇ ਅੰਦਰ ਬੈਠਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿ ਭਾਈ ਮੈਂ ਉਸ ਰਾਮ ਦੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ। ਤੇ ਸਤਿਗੁਰੂ ਜੀ ਸਾਨੂੰ ਵੀ ਇਹੀ ਸਮਝਾ ਰਹੇ ਨੇ ਕਿ ਭਾਈ ਉਸ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਜੋ ਤੇਰੇ ਅੰਦਰ ਬੈਠਾ ਆ, ਜੋ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ, ਜਿਸ ਨੇ ਦੇਵੀ ਦੇਵਤਾ ਪੈਦਾ ਕੀਤੇ ਨੇ ਸਾਧ ਸੰਗਤ ਜੀ। ਉਸ ਪਰਮ ਪਿਤਾ ਪ੍ਰਮਾਤਮਾ ਨੂੰ ਅਰਦਾਸ ਬੇਨਤੀ ਕਰਨੀ ਹੈ ਕਿ ਜਿਸ ਤੋਂ ਵੱਡਾ ਕੋਈ ਹੈ ਹੀ ਨਹੀਂ ਹੈ, ਐਸੇ ਪ੍ਰਮਾਤਮਾ ਨੂੰ। ਤੇ ਸਾਧ ਸੰਗਤ ਜੀ ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਦੇ ਵਿੱਚ
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਭਾਈ ਭਗਤੀ ਅਸੀਂ ਕਰਨੀ ਕਿਵੇਂ ਹੈ ਤੇ ਸਾਧ ਸੰਗਤ ਜੀ ਕੀ ਕਰਨਾ ਹੈ ਸਾਨੂੰ ਜੋ ਸੱਚ ਦੀ ਪ੍ਰਾਪਤੀ ਹੋ ਜਾਵੇ। ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਭ ਤੋਂ ਪਹਿਲਾਂ ਤਾਂ ਅਸੀਂ ਗੁਰੂ ਧਾਰਨ ਕਰਨਾ ਹੈ, ਗੁਰੂ ਵਾਲੇ ਬਣਨਾ ਹੈ ਤੇ ਕਰਮਾਂ ਵਾਲਿਓ ਸਾਧ ਸੰਗਤ ਜੀ ਕੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਸਾਡੇ ਗੁਰੂ ਨੇ। ਉਸ ਤੋਂ ਬਾਅਦ ਸਤਿਗੁਰਾਂ ਨੇ ਸਾਨੂੰ ਜੋ ਰਸਤਾ ਦਿਖਾਇਆ ਉਹ ਇਹੀ ਹੈ ਕਿ ਭਾਈ ਜੀਬਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਹੱਥਾਂ ਨਾਲ ਕਿਰਤ ਕਮਾਈਆਂ ਕਰੋ, ਅੱਖਾਂ ਨਾਲ ਜਦੋਂ ਵੀ ਦੇਖਣਾ ਆ ਸਾਧ ਸੰਗਤ ਜੀ ਸੱਚ ਦੇਖਣਾ। ਮਾੜੀ ਚੀਜ਼ ਅਸੀਂ ਕਦੇ ਵੀ ਨਹੀਂ ਦੇਖਣੀ, ਨਾ ਮੋਬਾਈਲ ਫੋਨ ਤੇ, ਨਾ ਟੈਲੀਵਿਜ਼ਨ ਤੇ ਸਾਧ ਸੰਗਤ ਜੀ, ਨਾ ਸਿਨੇਮਾ ਦੇ ਉੱਪਰ, ਕਿਤੇ ਵੀ ਅਸੀਂ ਕੋਈ ਮਾੜੀ ਤਸਵੀਰ ਨਹੀਂ ਜੇ ਦੇਖਣੀ, ਨਾ ਕਿਸੇ ਦਾ ਕੋਈ ਮਾੜਾ ਹੁੰਦਾ ਅਸੀਂ ਦੇਖਣਾ ਸਾਧ ਸੰਗਤ ਜੀ। ਚਾਹੇ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਅਸੀਂ ਉਹ ਵੀ ਨਹੀਂ ਜੇ ਦੇਖਣਾ, ਸਗੋਂ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨੀ ਹੈ ਸਾਧ ਸੰਗਤ ਜੀ। ਅੱਗੇ ਸਤਿਗੁਰੂ ਜੀ ਫਰਮਾਉਂਦੇ ਭਾਈ ਜੀਬਾਂ ਨਾਲ ਜਦੋਂ ਵੀ ਬੋਲਣਾ ਆ ਕੋਸ਼ਿਸ਼ ਕਰੋ ਭਾਈ ਸੱਚ ਹੀ ਹੋਵੇ, ਕਿਉਂਕਿ ਝੂਠ ਦੇ ਨਾਲ ਸਾਧ ਸੰਗਤ ਜੀ ਫਿਰ ਇੱਕ ਹੋਰ ਝੂਠ ਬੋਲਣਾ ਪੈਂਦਾ ਆ ਤੇ ਉਸ ਝੂਠ ਨੂੰ ਛੁਪਾਉਣ ਵਾਸਤੇ ਕਈ ਝੂਠ ਬੋਲਣੇ ਪੈਂਦੇ ਨੇ। ਸਤਿਗੁਰੂ ਜੀ ਫਰਮਾਉਂਦੇ ਇਸ ਜੀਬਾਂ ਨਾਲ ਜਦੋਂ ਵੀ ਬੋਲੋ ਭਾਈ ਸੱਚ ਬੋਲੋ, ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ। ਤੇ ਕੰਨਾਂ ਦੇ ਨਾਲ ਜਦੋਂ ਵੀ ਅਸੀਂ ਸੁਣਨਾ ਆ ਸੱਚ ਹੀ ਸੁਣਨਾ ਹੈ ਭਾਈ, ਗੁਰਬਾਣੀ ਸੁਣੋ। ਜੇ ਕਦੇ ਮਨੋਰੰਜਨ ਕਰਨ ਦਾ ਸਮਾਂ ਲੱਗੇ ਵੀ ਤਾਂ ਲੋਕ ਸਾਹਿਤ ਹੈ ਸਾਧ ਸੰਗਤ ਜੀ, ਲੋਕ ਗੀਤ ਨੇ ਜੋ ਸਾਡਾ ਮਨ ਦਾ ਹੌਸਲਾ ਵਧਾਉਂਦੇ ਨੇ। ਮੋਟੀਵੇਸ਼ਨਲ ਸੌਂਗ ਅਸੀਂ ਸੁਣ ਸਕਦੇ ਹਾਂ, ਆਪਣੇ ਬੱਚਿਆਂ ਨੂੰ ਉਹ ਸੁਣਾ ਸਕਦੇ ਹਾਂ। ਪਰ ਜੋ ਲੱਚਰ ਗੀਤ ਅੱਜ ਕੱਲ ਚੱਲ ਰਹੇ ਨੇ, ਜੋ ਨਸ਼ੇ ਨੂੰ ਪ੍ਰਮੋਟ ਕਰਦੇ ਨੇ, ਮਾੜੇ ਕਰਮਾਂ ਨੂੰ ਪ੍ਰਮੋਟ ਕਰਦੇ ਨੇ ਸਾਧ ਸੰਗਤ ਜੀ, ਐਸੇ ਗੀਤਾਂ ਤੋਂ ਆਪ ਵੀ ਬਚੀਏ। ਜੋ ਜਾਤਾਂ ਪਾਤਾਂ ਨੂੰ ਅੱਗੇ ਵਧਾਉਂਦੇ ਨੇ, ਐਸੇ ਗੀਤਾਂ ਤੋਂ, ਐਸੀਆਂ ਚੀਜ਼ਾਂ ਤੋਂ ਨਾ ਤਾਂ ਅਸੀਂ ਸੁਣੀਏ। ਸਤਿਗੁਰਾਂ ਨੇ ਸਾਨੂੰ ਮਨਾ ਕੀਤਾ ਆ, ਸਰਵਣ ਬਾਣੀ ਸੋ ਜਸਪੁਰ ਰੱਖੋ, ਕਿ ਭਾਈ ਇਸ ਕੰਨਾਂ ਦੇ ਨਾਲ ਪਰਮਾਤਮਾ ਦਾ ਸਤਸੰਗ ਸੁਣੋ, ਸੱਚ ਸੁਣੋ, ਗੁਰਬਾਣੀ ਸੁਣੋ, ਕਥਾ ਕੀਰਤਨ ਸੁਣੋ। ਕਿਉਂਕਿ ਸਾਧ ਸੰਗਤ ਜੀ ਸਾਇੰਸ ਵੀ ਸਾਨੂੰ ਇਹੀ ਕਹਿੰਦੀ ਹੈ, ਵਿਗਿਆਨ ਵੀ ਇਹੀ ਕਹਿੰਦਾ ਕਿ ਭਾਈ ਇਹ ਜੋ ਕੰਨ ਨੇ ਨਾ ਸਾਧ ਸੰਗਤ ਜੀ ਸਾਡੇ ਸਭ ਤੋਂ ਵੱਡੇ ਅਧਿਆਪਕ ਨੇ, ਟੀਚਰ ਨੇ। ਬੱਚਾ ਜੋ ਕੰਨਾਂ ਦੇ ਨਾਲ ਸੁਣਦਾ ਆ ਉਹ ਦਿਮਾਗ ਦੇ ਵਿੱਚ ਜਾਂਦਾ ਹੈ ਤੇ ਫਿਰ ਉਹ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਅਸੀਂ ਸੁਣਾਂਗੇ ਹੀ ਸੱਚ ਤਾਂ ਅਸੀਂ ਸੱਚ ਨੂੰ ਹੀ ਕਰਾਂਗੇ। ਜੇਕਰ ਅਸੀਂ ਮਾੜੇ ਕਰਮ ਨੂੰ ਸੁਣਾਂਗੇ, ਮਾੜੇ ਕਰਮ ਦੇਖਾਂਗੇ ਸਾਧ ਸੰਗਤ ਜੀ, ਮਾੜੀਆਂ ਚੀਜ਼ਾਂ ਸੁਣਾਂਗੇ ਤਾਂ ਸਾਡੇ ਮਨ ਦੇ ਵਿੱਚ ਸਾਧ ਸੰਗਤ ਜੀ ਉਸੇ ਤਰ੍ਹਾਂ ਦੇ ਵਿਚਾਰ ਪੈਦਾ ਹੋ ਜਾਣਗੇ, ਫਿਰ ਅਸੀਂ ਮਾੜਾ ਕਰਮ ਹੀ ਕਰਾਂਗੇ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਭਾਈ ਜੀ ਭਗਤੀ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਅੱਖਾਂ ਨਾਲ ਚੰਗਾ ਦੇਖ, ਜੀਬਾਂ ਨਾਲ ਸੋਹੰਗ ਸਤਨਾਮ ਦਾ ਜਾਪ ਕਰ, ਹਰ ਕਿਸੇ ਦਾ ਭਲਾ ਮੰਨ। ਤੇ ਕੰਨਾਂ ਦਾ ਨਾਲ ਵੀ ਸਾਧ ਸੰਗਤ ਜੀ ਜਦੋਂ ਸੁਣਨਾ ਆ ਸੱਚ ਸੁਣਨਾ, ਜਦੋਂ ਵੀ ਫ੍ਰੀ ਹੋ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਸੱਚ ਸੁਣੋ, ਸਤਸੰਗ ਸੁਣੋ, ਗੁਰਬਾਣੀ ਸੁਣੋ। ਤੇ ਅੱਜ ਕੱਲ ਵਿਗਿਆਨਿਕ ਯੁੱਗ ਹੈ ਸਾਧ ਸੰਗਤ ਜੀ, ਮੋਬਾਈਲ ਫੋਨ ਦੇ ਉੱਪਰ ਕਿੰਨੀਆਂ ਕਥਾਵਾਂ ਕੀਰਤਨ ਨੇ, ਕਿੰਨੀ ਗੁਰਬਾਣੀ ਹੈ ਸਾਧ ਸੰਗਤ ਜੀ। ਜਦੋਂ ਵੀ ਦਿਲ ਕਰੇ ਅਸੀਂ ਗੁਰਬਾਣੀ ਸੁਣੀਏ। ਅੱਗੇ ਸਤਿਗੁਰੂ ਜੀ ਨੇ ਫਰਮਾਇਆ ਮਨਸੋ ਮਤ ਕਰ ਕਰੋ ਚਰਨ ਹਿਰਦੇ ਤਰੋ, ਕਿ ਭਾਈ ਪ੍ਰੀਤ ਅਸੀਂ ਹਿਰਦੇ ਦੇ ਨਾਲ ਕਰਨੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਿੰਨੇ ਵੀ ਵਹਿਮ ਭਰਮ ਅਡੰਬਰ ਪਖੰਡ ਨੇ ਉਹ ਸਾਰੇ ਛੱਡ ਕੇ ਅਸੀਂ ਸੱਚੇ ਮਨ ਦੇ ਨਾਲ, ਸੱਚੇ ਹਿਰਦੇ ਦੇ ਨਾਲ, ਆਪਣੇ ਗੁਰੂ ਨਾਲ, ਆਪਣੇ ਅੰਦਰ ਬੈਠੇ ਪ੍ਰਮਾਤਮਾ ਨਾਲ ਪ੍ਰੀਤ ਕਰਨੀ ਹੈ। ਰਸਨ ਅੰਮ੍ਰਿਤ ਰਾਮ ਨਾਮ ਪਾਖੋ, ਇਸ ਜੀਬਾਂ ਨਾਲ ਸੋਹੰਗ ਸਤਨਾਮ ਦਾ ਜਾਪ ਕਰਨਾ ਆ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਕਟੈ, ਮੈਂ ਤੋਂ ਮੋਹਲ ਮਹਿੰਗੀ ਲਈ ਜੀ ਸਟੈ ਰਹਾਓ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਤੇ ਭਾਈ ਅੱਗੇ ਭਗਤੀ ਦਾ ਸਾਧਨ ਜੋ ਰਸਤਾ ਸਤਿਗੁਰ ਸਮਝਾ ਰਹੇ ਨੇ, ਭਾਈ ਸਤਸੰਗ ਜ਼ਰੂਰ ਕਰਨੀ ਹੈ। ਕਿਉਂਕਿ ਜਦੋਂ ਵੀ ਸਾਧ ਸੰਗਤ ਜੀ ਅਸੀਂ ਸੰਤਾਂ ਦੇ ਨਾਲ ਬੈਠਦੇ ਹਾਂ, ਸਤਸੰਗ ਕਰਨ ਵਾਲਿਆਂ ਦੇ ਨਾਲ ਬੈਠਦੇ ਹਾਂ, ਉੱਥੇ ਸੱਚ ਦੀ ਪ੍ਰਾਪਤੀ ਹੋਣੀ ਹੈ। ਜਿਸ ਤਰ੍ਹਾਂ ਦੀ ਸੰਗਤ ਅਸੀਂ ਕਰਦੇ ਹਾਂ ਉਸੇ ਤਰ੍ਹਾਂ ਦਾ ਜੋ ਸਾਡੇ ਉੱਪਰ ਰੰਗ ਚੜ੍ਹਦਾ ਹੈ। ਤੇ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਭਾਈ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਸਤਸੰਗ ਜ਼ਰੂਰ ਕਰਨੀ ਹੈ, ਉਸ ਪ੍ਰਮਾਤਮਾ ਦੀ ਭਜਨ ਬੰਦਗੀ ਕਰੀਏ ਰਲ ਮਿਲ ਕੇ। ਤੇ ਜੇ ਕਿਤੇ ਸੰਤਾਂ ਦੀ ਸੰਗਤ ਮਿਲ ਜਾਵੇ ਸਾਧ ਸੰਗਤ ਜੋ ਜ਼ਰੂਰ ਕਰਨੀ ਚਾਹੀਦੀ ਹੈ। ਤੇ ਮਾੜੀ ਸੰਗਤ ਤੋਂ ਅਸੀਂ ਬਚ ਕੇ ਰਹਿਣਾ ਹੈ। ਸੰਤ ਮਿਲੇ ਕੁਝ ਕਹੀਏ ਸੁਣੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਸੰਤ ਮਿਲੇ ਕੁਝ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ। ਕਿ ਭਾਈ ਰਸਤੇ 'ਚ ਕਦੇ ਸਾਨੂੰ ਸਾਧੂ ਸੰਤ ਮਿਲ ਜਾਵੇ ਨਾ ਪ੍ਰਮਾਤਮਾ ਦਾ ਪਿਆਰਾ, ਸਾਨੂੰ ਉਸ ਦੇ ਨਾਲ ਵਿਚਾਰ ਵਿਮਰਸ਼ ਕਰਨੇ ਚਾਹੀਦੇ ਨੇ। ਜੋ ਮਨ ਦੇ ਵਿੱਚ ਸ਼ੰਕਾ ਨੇ ਉਹ ਦੂਰ ਕਰਨੇ ਚਾਹੀਦੇ ਨੇ, ਉਹਨਾਂ ਦੇ ਪਾਵਨ ਪਵਿੱਤਰ ਗੱਲਾਂ ਨੂੰ ਸੁਣਨਾ ਚਾਹੀਦਾ ਹੈ। ਪਰ ਜੇ ਕਿਤੇ ਸਾਨੂੰ ਕੋਈ ਖੋਟਾ ਪੁਰਸ਼ ਮਿਲ ਜਾਵੇ, ਅਸੰਤ ਮਿਲ ਜਾਵੇ, ਸਾਨੂੰ ਉਸ ਦੇ ਸਾਹਮਣੇ ਚੁੱਪ ਹੀ ਰਹਿਣਾ ਚਾਹੀਦਾ। ਕਿਉਂਕਿ ਸਾਧ ਸੰਗਤ ਜੀ ਫਿਰ ਵਿਵਾਦ ਪੈਦਾ ਹੁੰਦਾ ਹੈ।
ਕਹਿ ਰਵਿਦਾਸ ਇੱਕ ਬੇਨਤੀ ਹਰਸਿਓ, ਪੈਜ ਰੱਖੋ ਰਾਜਾ ਰਾਮ ਮੇਰੀ। ਸੋ ਆਓ ਸਾਧ ਸੰਗਤ ਜੀ, ਅਸੀਂ ਵੀ ਉਸ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਬੇਨਤੀਆਂ ਕਰੀਏ, ਕਿਉਂਕਿ ਜੋ ਰਸਤਾ ਸਾਨੂੰ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾ ਰਹੇ ਨੇ ਕਿ ਭਾਈ ਭਗਤੀ ਕਰਨੀ ਕਿਵੇਂ ਹੈ। ਐਸਾ ਧਿਆਨ ਤਰੋ ਬਨਵਾਰੀ, ਮਨ ਪਵਨ ਦਿਲ ਸੁਖ ਮਨ ਨਾੜੀ ਟੇਕ। ਸੋਈ ਜਪ ਜਪੋ ਜੋ ਬੋਹਰ ਨਾ ਜਪਨਾ, ਸੋਈ ਤਪ ਤਪੋ ਜੋ ਬੋਹਰ ਨਾ ਤਰਨਾ। ਕਿ ਭਾਈ ਜਿੱਥੇ ਤਿੰਨੇ ਨਾੜੀਆਂ ਇਕੱਠੀਆਂ ਹੁੰਦੀਆਂ ਨੇ ਸਾਧ ਸੰਗਤ ਜੀ, ਉਸ 10ਵੇਂ ਦਵਾਰ ਤੇ ਜਾ ਕੇ ਅਸੀਂ ਉਸ ਸੋਹਣ ਸਤਨਾਮ ਦਾ ਜਾਪ ਕਰਦੇ ਕਰਦੇ ਉੱਥੇ ਧਿਆਨ ਟਿਕਾਈਏ ਤੇ ਐਸਾ ਸਿਮਰਨ ਕਰੀਏ ਸਾਨੂੰ ਕਦੇ ਦੁਬਾਰਾ ਸਿਮਰਨ ਕਰਨ ਦੀ ਲੋੜ ਨਾ ਪਵੇ। ਇਹ ਸੱਚ ਹੈ, ਜਦੋਂ ਅਸੀਂ ਜੀਬਾਂ ਨਾਲ ਸਿਮਰਨ ਕਰਦੇ ਹਾਂ ਤੇ ਆਉਣ ਵਾਲੇ ਸਮੇਂ 'ਚ ਐਸੀ ਅਵਸਥਾ ਬਣਦੀ ਹੈ ਸਾਧ ਸੰਗਤ ਜੀ ਕਿ ਮਨ ਦੇ ਵਿੱਚ ਉਹ ਆਪਣੇ ਆਪ ਹੀ ਸਿਮਰਨ ਚੱਲਦਾ ਰਹਿੰਦਾ ਹੈ, ਆਪਣੇ ਆਪ ਹੀ। ਸੋਈ ਜਪੋ ਜਪੋ ਜੋ ਬੋਹਰ ਨਾ ਜਪਨਾ, ਕਿ ਭਾਈ ਐਸਾ ਸਿਮਰਨ ਕਰੋ ਤੁਹਾਨੂੰ ਫਿਰ ਬਾਰ-ਬਾਰ ਸਿਮਰਨ ਕਰਨ ਦੀ ਲੋੜ ਨਾ ਜਾਪੇ। ਸੋਈ ਤਪ ਤਪੋ ਜੋ ਬੋਹਰ ਨਾ ਤਪਨਾ, ਸੋਈ ਗੁਰੂ ਕਰੋ ਜੋ ਬੋਹਰ ਨਾ ਕਰਨਾ। ਐਸੀ ਮਰੋ ਜੋ ਬੋਹਰ ਨਾ ਮਰਨਾ। ਉਲਟੀ ਗੰਗ ਜਮਨ ਮੈਂ ਲਿਆਓ, ਬਿਨਹੀ ਜਲ ਮਜਨਹਿ ਆਓ। ਲੋਚਨ ਪਰ ਪਰ ਵਿਅੰਬ ਨਿਹਾਰੋ, ਜੋਤ ਵਿਚਾਰਨਾ ਔਰ ਵਿਚਾਰੋ। ਪਿੰਡ ਪਰੈ ਜਿਵ ਜਿਸ ਕਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾ। ਜਾ ਪਰ ਕਿਰਪਾ ਸੋਈ ਪਲ ਜਾਣੈ। ਫਿਰ ਭਾਈਓ ਐਸੀ ਕਿਰਪਾ ਹੁੰਦੀ ਹੈ ਪਰਮ ਪਿਤਾ ਪ੍ਰਮਾਤਮਾ ਦੀ, ਗੁੰਗੋ ਸਾਕਰ ਕਹਾਂ ਬਖਾਨੈ। ਸੁਨ ਮੰਡਲ ਮੈਂ ਤੇਰਾ ਬਾਸਾ, ਤਾਥੇ ਜਾਉ ਮੈਂ ਰਹੋ ਉਦਾਸਾ। ਕਹਿ ਰਵਿਦਾਸ ਨਿਰੰਜਨ ਧਿਆਉ, ਜਿਸ ਕਰ ਜਾਉ ਹੋ ਬੋਹਰ ਨਾ ਆਉ। ਸੋ ਸਾਧ ਸੰਗਤ ਜੀ ਆਪਣੇ ਅੰਦਰ ਬੈਠੇ ਸੱਚ ਨਾਲ ਜੁੜੋ, ਸੋਹਣ ਸਤਨਾਮ ਦਾ ਜਾਪ ਕਰੋ, ਹੱਥਾਂ ਨਾਲ ਕਿਰਤ ਕਮਾਈਆਂ ਕਰੋ। ਇਹੀ ਸਾਨੂੰ ਸਤਿਗੁਰਾਂ ਨੇ ਰਸਤਾ ਦਿਖਾਇਆ। ਜੀਬਾ ਸੋ ਓੰਕਾਰ ਜਪਤਨ ਸੋ ਕਰਕਾਰ, ਰਵਿਦਾਸ ਮਿਲੇ ਘਰਾਏ ਕਰ। ਕਹਿ ਰਵਿਦਾਸ ਵਿਚਾਰ। ਕਿ ਭਾਈਓ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਆ। ਮਿਲਣਾ ਕਿਵੇਂ? ਸਤਿਗੁਰੂ ਜੀ ਫਰਮਾਉਂਦੇ ਹੱਥਾਂ ਨਾਲ ਕਿਰਤ ਕਰ, ਇਮਾਨਦਾਰੀ ਦੀ ਰੋਟੀ ਕਮਾ, ਆਪਣੀ ਜ਼ਿੰਮੇਵਾਰੀਆਂ ਨਿਭਾ, ਚਾਹੇ ਉਹ ਪਰਿਵਾਰਕ ਜ਼ਿੰਮੇਵਾਰੀ ਹੈ ਸਾਧ ਸੰਗਤ ਜੀ, ਭਾਵੇਂ ਉਹ ਸਮਾਜਿਕ ਜ਼ਿੰਮੇਵਾਰੀ ਹੈ। ਤੇ ਭਾਈ ਜੀਬਾਂ ਨਾਲ ਸੋਹਣ ਸਤਨਾਮ ਦਾ ਜਾਪ ਕਰਦਾ ਰਹਿ ਤੇ ਜੋ ਰਸਤਾ ਸਾਨੂੰ ਮਹਾਂਪੁਰਸ਼ ਦਿਖਾ ਰਹੇ ਨੇ ਉਸ ਰਸਤੇ ਤੇ ਚੱਲ। ਜਿਵੇਂ ਬਾਬਾ ਸਾਹਿਬ ਨੇ ਸਾਨੂੰ ਦਿਖਾਇਆ ਨਾ ਸਾਧ ਸੰਗਤ ਜੀ, ਪੜੋ, ਜੁੜੋ, ਸੰਘਰਸ਼ ਕਰੋ। ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਪੜੋ ਮਾਧੋ ਅਵਿਦਿਆ ਹਿਤ ਕੀਨ ਬਵੇਕ ਦੀਪ ਮਲੀਨ। ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ। ਕਿ ਭਾਈ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦਿਓ, ਆਪਣੇ ਬੱਚਿਆਂ ਨੂੰ ਖੂਬ ਪੜਾਓ, ਤਾਂ ਜੋ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਣ, ਸਾਡੇ ਬੱਚੇ ਤਰੱਕੀਆਂ ਮਾਣ ਸਕਣ। ਕਿਉਂਕਿ ਪੜ੍ਹਾਈ ਤੋਂ ਬਗੈਰ ਸਤਿਗੁਰੂ ਜੀ ਫਰਮਾਉਂਦੇ ਭਾਈ ਅਸੀਂ ਕੁਝ ਵੀ ਨਹੀਂ ਹੈ। ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ, ਨਾਲ ਗੁਰਬਾਣੀ ਦਾ ਗਿਆਨ ਵੀ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਕਿ ਬੱਚੇ ਸਕੂਲਾਂ ਕਾਲਜਾਂ ਦੀ ਪੜ੍ਹਾਈ ਕਰ ਜਾਣ ਤੇ ਸਾਧ ਸੰਗਤ ਜੀ ਮਾਨਸਿਕ ਤੌਰ ਤੇ ਗੁਲਾਮ ਰਹਿ ਜਾਣ। ਤੇ ਅੱਗੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਜਿਵੇਂ ਬਾਬਾ ਸਾਹਿਬ ਦਾ ਉਪਦੇਸ਼ ਹੀ ਜੁੜੋ, ਸਤਿਗੁਰੂ ਜੀ ਫਰਮਾਉਂਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮਖੀਰਾ। ਕਿ ਭਾਈ ਆਪਸ ਦੇ ਵਿੱਚ ਜੁੜ ਕੇ ਰਹੋ। ਤੇ ਸਾਧ ਸੰਗਤ ਜੀ ਜਿਨ੍ਹਾਂ ਦਾ ਏਕਾ ਹੁੰਦਾ ਹੈ ਨਾ, ਉਹਨਾਂ ਦੀ ਹੀ ਮੰਗਾਂ ਪੂਰੀਆਂ ਹੁੰਦੀਆਂ ਨੇ, ਉਹਨਾਂ ਦਾ ਹੀ ਰਾਜ ਹੁੰਦਾ ਜਿਨ੍ਹਾਂ ਦਾ ਏਕਾ ਹੁੰਦਾ ਹੈ। ਤੇ ਜਦੋਂ ਸਤਿਗੁਰੂ ਜੀ ਇੱਥੇ ਉਦਾਹਰਨਾਂ ਦਿੰਦੇ ਨੇ ਮਧੂ ਮੱਖੀਆਂ ਦੀ, ਕਿ ਭਾਈ ਅਸੀਂ ਮਧੂ ਮੱਖੀਆਂ ਵਾਂਗੂ ਇੱਕ ਹੋ ਜਾਣਾ, ਫੇਰ ਹੀ ਸਾਡਾ ਜੋ ਬੇਗਮਪੁਰਾ ਵਸੇਗਾ, ਫੇਰ ਹੀ ਸਭ ਦਾ ਭਲਾ ਹੋਵੇਗਾ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਬੇਗਮਪੁਰਾ ਦੀ ਗੱਲ ਕੀਤੀ ਹੈ ਸਾਧ ਸੰਗਤ ਜੀ, ਜਦੋਂ ਬੇਗਮਪੁਰਾ ਵਸਣਾ, ਫਿਰ ਇਹ ਨਹੀਂ ਹੈ ਕਿ ਉਸਦੇ ਕੋਈ ਵਿੱਚ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ। ਕਿਉਂਕਿ ਅੱਜ ਤੱਕ ਜਾਤ ਦਾ ਬੋਲਬਾਲਾ ਆ, ਅੱਜ ਵੀ ਵੱਡੇ ਛੋਟੇ ਦਾ ਬੋਲਬਾਲਾ ਹੈ ਸਾਧ ਸੰਗਤ ਜੀ। ਕੋਈ ਕਿਸੇ ਨੂੰ ਵੱਡੀ ਜਾਤ ਦਾ ਕਹਿੰਦਾ ਹੈ, ਕੋਈ ਛੋਟੀ ਜਾਤ ਦਾ ਕਹਿੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਭਾਈ ਸਾਰੇ ਭਰਮ ਦੇ ਵਿੱਚ ਨੇ, ਕਿਉਂਕਿ ਜਾਤਾਂ ਪਾਤਾਂ ਸੰਸਾਰ ਨੇ ਬਣਾਈਆਂ ਨੇ। ਤੇ ਸਤਿਗੁਰੂ ਜੀ ਐਸੇ ਸਮਾਜ ਦੀ ਗੱਲ ਕਰਦੇ ਨੇ, ਬੇਗਮਪੁਰਾ ਸ਼ਹਿਰ ਕੋ ਨਾਮ ਦੁਖੰਦੋ ਨਹੀਂ ਤਠਾਓ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੈ ਰਵਿਦਾਸ ਰਹਿ ਪ੍ਰਸੰਨ। ਕਿ ਭਾਈ ਐਸਾ ਰਾਜ ਤੁਸੀਂ ਲੈ ਕੇ ਆਉਣਾ ਆ ਜਿਸ ਦੇ ਵਿੱਚ ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਸਭ ਕਿਸੇ ਨੂੰ ਕਿਸੇ ਪ੍ਰਕਾਰ ਦਾ ਗਮ ਨਾ ਹੋਵੇ, ਸਭ ਖੁਸ਼ ਰਹਿਣ ਸਾਧ ਸੰਗਤ ਜੀ। ਬੇਗਮਪੁਰਾ ਸ਼ਹਿਰ ਕੋ ਨਾਮ। ਭਰਿਆਣਾ ਕਿਵੇਂ? ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ, ਜਿਵੇਂ ਬਾਬਾ ਸਾਹਿਬ ਨੇ ਕਿਹਾ ਸੀ ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ ਜਾਣ ਲਿਓ ਰਹਿਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਸਾਧ ਸੰਗਤ ਜੀ ਗੁਲਾਮੀ ਭਾਵੇਂ ਮਾਨਸਿਕ ਹੋਵੇ ਭਾਵੇਂ ਸਰੀਰਕ ਹੋਵੇ, ਗੁਲਾਮੀ ਹਰ ਪ੍ਰਕਾਰ ਦੀ ਮਾੜੀ ਹੁੰਦੀ ਹੈ। ਅਸੀਂ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਸੰਘਰਸ਼ ਕਰਨਾ ਹੈ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਸਭ ਦਾ ਹੀ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੈ ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰਾਖੋ ਚੀ ਤੁਮ ਕੋ ਦੁਖ ਨਹੀਂ ਪਾਈ ਮੀਤ। ਕਿ ਭਾਈ ਸਭ ਦਾ ਭਲਾ ਮੰਗਿਆ ਕਰ।
ਤੇ ਸਤਿਗੁਰੂ ਜੀ ਫਰਮਾਉਂਦੇ, ਜੋ ਇਨਸਾਨ ਸਭ ਦਾ ਭਲਾ ਮੰਗਦਾ ਆ, ਪਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਸੋ ਸਾਧ ਸੰਗਤ ਜੀ, ਪੜੋ, ਆਪ ਪੜੋ, ਆਪਣੇ ਬੱਚਿਆਂ ਨੂੰ ਖੂਬ ਪੜਾਓ, ਆਪਸ 'ਚ ਮਿਲ ਕੇ ਰਹੋ, ਤੇ ਜੋ ਮਾਨਸਿਕ ਤੇ ਸਰੀਰਕ ਗੁਲਾਮੀ ਉਸ ਦਾ ਖਾਤਮਾ ਕਰੋ ਤੇ ਸਭ ਦਾ ਭਲਾ ਕਰੋ। ਬਸ ਇੰਨੀਆਂ ਕੁ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ। ਸ਼ਲੋਕ। ਹਰ ਸੋ ਹੀਰਾ ਛਾੜ ਕੇ, ਕਰਹਿ ਆਨ ਕੀ ਆਸ। ਤੇ ਨਰ ਦੋਜਕ ਜਾਹੀਂਗੇ, ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹੀਂਗੇ, ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ ਸਤਨਾਮ ਸੋਹੰ ਸਤਨਾਮ ਸਤਨਾਮ। ਜੋ ਬੋਲੇ ਸੋ ਨਿਰਭੈ, ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰੂਦੇਵ, ਧੰਨ ਗੁਰੂਦੇਵ, ਸਤਨਾਮ।